सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाए। होवै सिफत सामदे, नूर अरसों पुरसों झटियै। तुध डिठे सच्चे पातशाह, मल जन्म जन्म दी कटियै। सज्जन सच्चा पातशाह, सिर साहांद साहो। जिस पास बैठिया सोहियै, सबना दावे साहो। बाणी गुरु गुरु है बाणी, विच बाणी अमृत सारे। गुर बाणी कह सेवक जन मानै, प्रतख गुरु ने सतारे। गुर बाणी कह सेवक जन मानै, प्रतख गुरु ने सतारे। सतनाम वाहिगुरु साहिब जीओ। सूही महला तीजा, जे लोड़ै बर बालड़िए, तां गुर चरणी चित लाए। सदा होवै सुहागणी हर जियो, मरै न जाए राम। जे लोड़ै बर बालड़िए, तां गुर चरणी चित लाए राम। सदा होवै सुहागणी हर जियो, मरै न जाए राम। वाहिगुरु जी का खालसा, वाहिगुरु जी की फतेह। सतगुरु दी साजी नवाजी होई, गुरु की साध संगत जीओ। सतगुरां दी अपार किरपा बख्शिश दा सदका, सतगुरु जी दे दर्शन दीदारे करन दा ਅਤੇ गुरु की बाणी संपूर्ण श्री आसा जी दी वार। गुरमुख प्यारे कीर्तन द्वारा सरवण करवा के निहाल कर रहे सन। साडियां जिन्नियां भी मन दीयां आस मुरादां ने, ओदी पूर्ति कराउण वाली श्री आसा जी दी वार है। सो सतगुरु जी की रहमत बख्शिश का सदका है। भागां वाले हाँ जिहड़े कीर्तन नाल जुड़ते हैं। अमृत वेले दे नितनेम, गुरु के दरबार दियां हाजरियां अते गुरु का उपदेश श्रवण करते हैं। सो सतगुरु जी की ये रहमत बख्शिश का सदका है। कई कोट जग फला, सुन गावण हारे राम। कई करोड़ां समੇਤ जगਾਂ ਦਾ फल महात्म गुरसिखां ਨੂੰ प्राप्त ਹੁੰਦਾ है। ਸ਼ਰਧਾ ਭਾਵਨਾ ਨਾਲ गुरु के गुण ਗਾਉਂਦੇ ਨੇ, ਜਿਹੜੇ गुरु के गुणां ਦਾ ਸਰਵਣ ਕਰਦੇ ਹਨ। ਕਈ ਮਹਾ ਇਸੇ ਤਰ੍ਹਾਂ ਕਰੋੜਾਂ ਯੁੱਗਾਂ ਦਾ ਜੱਗਾਂ ਦਾ महात्मा न गुरसिखां नूं प्राप्त हुंदा है। ऐसा खालसा जी धुर की बाणी का महात्म है। ਜਿਹੜਾ ਵੀ ਸ਼ਰਧਾ ਭਾਵਨਾ ਨਾਲ ਸੁਣਦਾ ਹੈ,
ਉਸੇ ਨੂੰ ਨਿਹਾਲ ਕਰਨ ਵਾਲੀ ਇਹ ਧੁਰ ਕੀ ਬਾਣੀ ਹੈ। ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਸਾਹਿਬ ਜੀ ਦੇ ਪਵਿੱਤਰ ਬਚਨ ਨੇ, ਸੋ ਟਿੱਕਾ ਸੋ ਛਤਰ ਸਿਰੈ, ਸੋਈ ਸੱਚਾ ਤਖਤ ਟਿਕਾਏ। ਗੁਰ ਨਾਨਕ ਹੰਦੀ ਮੋਹਰ ਹੱਥ, ਗੁਰ ਅੰਗਦ ਦੀ ਦੋਹੀ ਫੇਰਾਏ। ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਏ। ਜੰਮੈ ਪੂਰਬ ਬੀਜਿਆ ਵਿੱਚ ਵਿੱਚ ਹੋਰ ਕੂੜੀ ਚਤਰਾਏ। ਲਹਿਣੇ ਪਾਈ ਨਾਨਕੋਂ, ਦੇਣੀ ਅਮਰਦਾਸ ਘਰ ਆਏ। ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ। ਖੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨ ਲਖਿਆ ਜਾਈ। ਦਾਤ ਜੋਤ ਖਸਮੈ ਵਡਿਆਈ। ਐਸੀਆਂ ਰਹਿਮਤਾਂ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀਆਂ। ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁਖ ਵਾਗ ਫਰਮਾ ਕਰਕੇ ਸਤਿਗੁਰੂ ਜੀ ਨਿਹਾਲ ਕਰ ਰਹੇ ਨੇ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਤੀਜਾ। ਜੇ ਲੋੜੈ ਬਰ ਬਾਲੜੀਏ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੂਹੀ ਰਾਗ ਦੇ ਵਿੱਚ ਸਿੱਖਿਆ ਦਿੰਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਗਿਣਤੀ ਮੁਤਾਬਕ 15ਵੇਂ ਨੰਬਰ ਤੇ ਹੈ। ਜਦੋਂ ਰਾਗ 6 ਤੇ ਉਹਨਾਂ ਦੀਆਂ 5-5 ਰਾਗਣੀਆਂ ਦਾ ਨਿਰਣਾ ਸਤਿਗੁਰਾਂ ਨੇ ਕੀਤਾ। 6ਵਾਂ ਜਿਹੜਾ ਮੇਘ ਰਾਗ ਹੈ, ਉਹਦੀ ਇਹ ਰਾਗਣੀ ਹਜ਼ੂਰ ਨੇ ਵਰਣਨ ਕੀਤੀ ਹੈ। ਪਹਿਲੀ ਸੋਰਠ ਹੈ, ਦੂਸਰੀ ਗੌਂਡ ਹੈ, ਤੀਸਰੀ ਮਲਾਰੀ ਹੈ। ਇਸੇ ਤਰ੍ਹਾਂ ਫਿਰ ਇਹ ਅਸਾਵਰੀ ਹੈ ਤੇ ਇਹ ਸੂਹੀ ਪੰਜਵੀਂ ਹੈ। ਖਸਤਮ ਮੇਘ ਰਾਗ ਵੈ ਗਾਵ ਹੈ, ਪਾਂਚੋ ਸੰਗ ਬਰੰਗਨ ਲਾਵ ਹੈ। ਸੋਰਠ ਗੌਂਡ ਮਲਾਰੀ ਧੁਨੀ, ਪੁਨ ਗਾਵ ਹੈ ਆਸਾ ਗੌਣ ਗੋਨੇ। ਊਚੈ ਸੋਰੇ ਸੂਹੋ ਪੁਨ ਕੀਨੀ, ਮੇਘ ਰਾਗ ਸਿਉ ਪਾਂਚੋ ਚੀਨੇ। 5ਵੇਂ ਨੰਬਰ ਤੇ 6ਵੇਂ ਮੇਘ ਰਾਗ ਦੀ ਇਸਤਰੀ ਮੰਨੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 15ਵੇਂ ਨੰਬਰ ਤੇ ਅਸਥਾਨ ਹੈ। ਤੀਸਰੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਕੇ ਸਿੱਖਿਆ ਦਿੰਦੇ ਹਨ। ਇੱਕ ਮਾਲਕ ਵਾਹਿਗੁਰੂ ਪਰਮੇਸ਼ਰ ਸਾਡਾ ਸਾਰਿਆਂ ਦਾ ਸਾਈਂ ਹੈ। ਅਸੀਂ ਜਿੰਨੇ ਜੀਵ ਹਨ ਉਹ ਸਾਰਿਆਂ ਦਾ ਖਸਮ ਮਾਲਕ ਵਾਹਿਗੁਰੂ ਹੈ। ਠਾਕੁਰ ਏਕ ਸਬਾਈ ਨਾਰੈ। ਤੋ ਮਾਲਕ ਇੱਕ ਹੈ, ਅਸੀਂ ਸਭ ਇਸਤਰੀਆਂ ਹਾਂ। ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਮਨ ਵਿੱਚ ਜਿਨ੍ਹਾਂ ਦੇ ਹੈ, ਸਤਿਗੁਰੂ ਸਾਨੂੰ ਪ੍ਰਾਪਤੀ ਦੀ ਫਿਰ ਜੁਗਤ ਕਿਰਪਾ ਕਰਕੇ ਦੱਸਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਕੈਸਾ ਹੈ। ਜੇ ਲੋੜ ਹੈ ਵਰ ਬਾਲੜੀਏ, ਹੈ ਬਾਲਕੀਏ ਪਿਆਰੀ ਇਸਤਰੀਏ। ਜੇ ਵਰ ਪਤੀ ਵਾਹਿਗੁਰੂ ਨਿਰੰਕਾਰ ਨੂੰ ਤੂੰ ਪ੍ਰਾਪਤ ਕਰਨਾ ਚਾਹੁੰਦੀ ਹੈ, ਜੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਹੋਣਾ ਚਾਹੁੰਦੀ ਹੈ, ਹੇ ਜੀਵ ਰੂਪੀ ਇਸਤਰੀ, ਤਾਂ ਗੁਰ ਚਰਣੀ ਚਿਤ ਲਾਏ ਰਾਮ। ਤਾਂ ਆਪਣੇ ਚਿੱਤ ਦੀ ਬਿਰਤੀ ਨੂੰ ਗੁਰੂ ਕੇ ਚਰਨਾਂ ਦੇ ਨਾਲ ਲਾਉਣਾ ਕਰ। ਮਨ ਜਿਹੜਾ ਨਾ ਉਹ ਕਦੇ ਡਾਵਾਂ ਡੋਲ ਨਾ ਹੋਇਆ ਫਿਰ। ਪਤੀ ਵਰਤ ਦਾ ਧਰਮ ਚ ਰਹਿਣ ਵਾਲੀ ਉਹੀ ਇਸਤਰੀ ਹੈ ਜਿਹੜੀ ਇੱਕ ਆਪਣੇ ਪਤੀ ਤੋਂ ਬਗੈਰ ਬਾਕੀਆਂ ਦਾ ਸਭ ਨੂੰ ਇਸਤਰੀਆਂ ਦੀ ਨਿਆਈ ਸਮਝਦੀ ਹੈ। ਵੱਡੇ ਪਿਤਾ ਸਮਾਨ ਨੇ, ਬਰਾਬਰ ਭਰਾ ਸਮਾਨ ਨੇ, ਛੋਟੇ ਬੱਚਿਆਂ ਸਮਾਨ ਹਨ।
ਇੱਕੋ ਇੱਕ ਪਤੀ ਤੇ ਨਿਸ਼ਚਾ ਵਿਸ਼ਵਾਸ ਹੈ। ਇਸ ਤਰੀਕੇ ਨਾਲ ਹਜ਼ੂਰ ਕਹਿੰਦੇ, ਹੇ ਜੀਵ ਰੂਪੀ ਇਸਤਰੀ, ਜੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੀ ਇੱਛਾ ਤਮੰਨਾ ਹੈ ਤਾਂ ਗੁਰ ਚਰਨੀ ਚਿਤ ਲਾਏ ਰਾਮ ਹੈ। ਤਾਂ ਹੇ ਭਾਈ, ਗੁਰੂ ਕੇ ਚਰਨਾਂ ਨਾਲ ਆਪਣੀ ਚਿੱਤ ਦੀ ਬਿਰਤੀ ਨੂੰ ਸਦਾ ਵਾਸਤੇ ਲਾਉਣਾ ਕਰ। ਸਦਾ ਹੋਵੇ ਸੁਹਾਗਣੀ ਹਰ ਜੀਓ। ਇਹ ਉਹ ਫਿਰ ਹਰੀ ਜੀਓ ਜਿਹੜਾ ਮਾਲਕ ਵਾਹਿਗੁਰੂ ਹੈ ਨਾ, ਜਦੋਂ ਪ੍ਰਾਪਤ ਹੋਵੇਗਾ ਸਦਾ ਹੋਵਹਿ ਸੁਹਾਗਣੇ, ਫਿਰ ਸਦਾ ਵਾਸਤੇ ਸੁਹਾਗਵੰਤੀ ਹੋ ਜਾਵੇਗੀ। ਸੁਹਾਗਵੰਤੇ ਜਿਹੜੇ ਦੁਨਿਆਵੀ ਪਤੀ ਹੈ ਨਾ, ਉਹ ਤਾਂ ਕਈ ਵਾਰ ਛੱਡ ਛੜਈਆ, ਤਲਾਕ ਹੋ ਗਿਆ ਜਾਂ ਚੜਾਈ ਕਰ ਗਿਆ, ਫਿਰ ਸਾਰੀ ਉਮਰ ਦਾ ਰੰਡੇਪਾ ਕੱਟਣਾ ਪੈਂਦਾ ਹੈ। ਪਰ ਜਿਨ੍ਹਾਂ ਨੂੰ ਮੇਰਾ ਵਾਹਿਗੁਰੂ ਪਤੀ ਪ੍ਰਾਪਤ ਹੋ ਗਿਆ, ਨਾ ਤਾਂ ਕਦੇ ਰੰਡੇਪਾ ਕੱਟਣਾ ਪਵੇਗਾ, ਨਾ ਉਹ ਛੱਡ ਕੇ ਜਾਂਦਾ ਹੈ, ਨਾ ਕਦੇ ਉਹ ਮਰਨ ਗੋਚਰਾ ਮੇਰਾ ਮਾਲਕ ਹੈ। ਜਦੋਂ ਅਸੀਂ ਬੱਚੇ ਦੇ ਸੁਭਾਗੀ ਜੋੜੀ ਦੇ ਵਿਆਹ ਵਾਸਤੇ ਗੁਰਦੁਆਰੇ ਆਉਣੇ ਹੈ, ਲਾਵਾਂ ਦਾ ਪਾਠ ਹੁੰਦਾ ਹੈ, ਕੀਰਤਨ ਹੁੰਦਾ ਹੈ, ਪ੍ਰਕਰਮਾਂ ਹੁੰਦੀਆਂ ਨੇ, ਉਸ ਤੋਂ ਬਾਅਦ ਰਾਗੀ ਸਿੰਘ ਇੱਕ ਸ਼ਬਦ ਗਾਇਨ ਕਰਦੇ ਹਨ, ਉਹ ਹੈ ਵਿਆਹੋ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬਲਾਇਆ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਧਾ। ਹਉਮੈ ਰੋਗ ਗਿਆ ਦੁਖ ਲਾਥਾ ਆਪ ਆਪੇ ਗੁਰਮਤਿ ਖਾਧਾ। ਅਕਾਲ ਮੂਰਤ ਵਰ ਪਾਇਆ ਅਵਿਨਾਸੀ ਨਾ ਕਦੇ ਮਰੈ ਨਾ ਜਾਇਆ। ਵਿਆਹੋ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਐਸਾ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋ ਗਿਆ ਜਿਹੜਾ ਨਾ ਕਦੇ ਮਰੈ, ਨਾ ਕਦੇ ਮਰਦਾ ਤੇ ਨਾ ਕਦੇ ਛੱਡ ਕੇ ਜਾਣ ਵਾਲਾ ਹੈ। ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਮਾਲਕ ਨਿਤ ਨਵਾਂ। ਪਰ ਜੋਬਨ ਅਵਸਥਾ ਵਿੱਚ ਰਹਿੰਦਾ। ਭਗਤ ਫਰੀਦ ਸਾਹਿਬ ਨੇ ਕਿਹਾ, ਤੂੰ ਬੁੱਢਾ ਹੋ ਗਿਆ ਤੇ ਕੀ ਹੋਇਆ? ਜਿਹਦੀ ਬੰਦਗੀ ਕਰਨੀ ਉਹ ਨਹੀਂ ਕਦੇ ਬੁੱਢਾ ਹੋਇਆ। ਜੇ ਤੂੰ ਕਾਲੇ ਕੇਸਾਂ ਵੇਲੇ ਦੀ ਯਾਦ ਕਰ ਸਕਿਆ ਤੇ ਬੁਢੇਪੇ ਵਿੱਚ ਹੀ ਸਿਮਰਨ ਕਰ। ਹੋ ਸਕਦਾ ਹੈ ਉਹ ਮਾਲਕ ਤੇਰੇ ਤੇ ਬੁਢੇਪੇ 'ਚ ਹੀ ਕਿਰਪਾ ਕਰ ਦੇਵੇ। ਫਰੀਦਾ ਕਾਲੀ ਜਿਹਦੀ ਨਾ ਰਾਵਿਓ ਧੌਲੀ ਰਾਵੇ ਕੋਏ। ਕਰ ਸਾਈ ਸਿਉ ਪੇਰ ਹਰੀ ਰੰਗ ਨਾ ਵੇਲਾ ਹੋਏ। ਉਹ ਸਾਹਿਬ ਤਾਂ ਸਦਾ ਜਵਾਨ ਅਵਸਥਾ ਵਿੱਚ ਹੀ ਰਹਿੰਦਾ, ਪਰ ਜੋਬਨ ਅਵਸਥਾ ਦਾ ਮਾਲਕ ਹੈ। ਉਹ ਮਰਨ ਗੋਚਰਾ ਨਹੀਂ। ਜਦੋਂ ਹਰੀ ਜੀਓ ਵਾਹਿਗੁਰੂ ਪ੍ਰਾਪਤ ਹੋ ਗਿਆ, ਹੈ ਜੀਵ ਰੂਪੀ ਇਸਤਰੀ, ਫਿਰ ਸਦਾ ਹੋਵੈ ਸੁਹਾਗਣੇ, ਸਦਾ ਹੀ ਸੁਹਾਗਵੰਤੀ ਹੋ ਜਾਵੇਂਗੀ। ਹਰ ਜੀਉ ਮਰੈ ਨਾ ਜਾਏ ਰਾਮ। ਉਹ ਹਰੀ ਜੀਓ ਜਿਹੜਾ ਮਾਲਕ ਵਾਹਿਗੁਰੂ ਹੈ ਨਾ, ਕਦੇ ਮਰਨ ਗੋਚਰਾ ਨਹੀਂ, ਨਾ ਆਉਣ ਜਾਣ ਵਾਲਾ ਹੈ। ਨਹੀਂ ਕਦੇ ਛੱਡ ਕੇ ਜਾਵੇਗਾ ਤੇ ਨਹੀਂ ਕਿਤੇ ਮੌਤ ਦੇ ਮੂੰਹ 'ਚ ਜਾ ਪਵੇ, ਰੰਡੇਪਾ ਨਹੀਂ ਕੱਟਣਾ ਪਵੇਗਾ। ਇਸ ਵਾਸਤੇ ਸਦਾ ਹੋਵੈ ਸੁਹਾਗਣੇ, ਸਦਾ ਵਾਸਤੇ ਸੁਹਾਗਵੰਤੀ ਹੋ ਜਾਵੇਗੀ। ਹਰ ਜੀਓ ਮਰੈ ਨਾ ਜਾਏ ਰਾਮ ਹੈ। ਉਹ ਮਰਨ ਗੋਚਰਾ ਮੇਰਾ ਮਾਲਕ ਹਰੀ ਜੀਓ ਪਰਮੇਸ਼ਰ ਨਹੀਂ ਹੈ। ਹਰ ਜੀਉ ਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਏ। ਉਹ ਮੇਰਾ ਮਾਲਕ ਹਰੀ ਪਰਮੇਸ਼ਰ ਨਾ ਕਦੇ ਆਉਣ ਜਾਣ ਵਾਲਾ ਹੈ। ਸਹਿਜ ਸੁਤੇ ਸਿੱਧੀ ਸੁਭਾਵਕ ਹੀ ਜਦੋਂ ਤੇਰਾ ਹਿਰਦਾ ਸੁੱਧ ਹੋ ਗਿਆ ਨਾ, ਆਪ ਹੀ ਪ੍ਰਾਪਤ ਹੋ ਜਾਵੇਗਾ। ਇਹ ਸੰਤ ਜਸ ਰੂਪ ਐਸੇ ਨੇ, ਜਿਹੜੀ ਪਹਿਲੀ ਤੁਕ ਹੈ ਉਹ ਫਿਰ ਦੂਜੀ ਤੁਕ ਨਾਲ ਫਿਰ ਅੱਧੀ ਤੁਕ ਮਿਲਾ ਕੇ ਹਜ਼ੂਰ ਕਹਿੰਦੇ ਹਨ। ਕਈਆਂ ਥਾਵਾਂ ਤੇ ਬੀਵਸਾ ਅਲੰਕਾਰ ਵੀ ਵਿਦਵਾਨਾਂ ਨੇ ਵਰਤਿਆ। ਜਿਹੜਾ ਪਹਿਲਾ ਸ਼ਬਦ ਹੈ ਫਿਰ ਉਸੇ ਨੂੰ ਸ਼ਬਦ ਨੂੰ ਫਿਰ ਦੁਹਰਾਉਣਾ। ਜਿਵੇਂ ਕਵੀ ਲੋਕ ਕੁੰਡਲੀਏ ਛੰਦ ਗਾਉਂਦੇ ਨੇ, ਉਹ ਕੁੰਡਲੀਏ ਛੰਦ ਜਿਹੜੇ ਹੁੰਦੇ ਨੇ ਉਹ ਪਹਿਲੇ ਨਾਲ ਹੀ ਫਿਰ ਦੂਜੇ ਨੂੰ ਮਿਲਾ ਕੇ ਗਾਉਣਾ ਹੈ। ਇੱਥੇ ਵੀ ਹਜ਼ੂਰ ਕਿਰਪਾ ਕਰਕੇ ਜਸ ਰੂਪ ਸੰਤਾਂ ਦੀ ਬਾਣੀ ਵਿੱਚ ਇਹ ਫਰਮਾਉਂਦੇ ਹਨ, ਹਰੀ ਪਰਮੇਸ਼ਰ ਮਰੇਗਾ ਨਹੀਂ, ਨਾ ਉਹ ਕਦੇ ਛੱਡ ਕੇ ਕਦੇ ਜਾਵੇਗਾ। ਸਾ ਧਨ ਕੰਤ ਪਿਆਰੀ। ਤੇ ਜਿਹੜੀ ਉਹਦੇ ਵਾਹਿਗੁਰੂ ਨੂੰ ਸੁਭਾਵਕ ਪ੍ਰਾਪਤ ਹੋ ਗਈ ਹੈ, ਸਾ ਧਨ ਕੰਤ ਪਿਆਰੇ,
ਹਿਰਦਾ ਜਿਹਦਾ ਸੁੱਧ ਹੋ ਗਿਆ ਹੈ, ਸਾ ਉਹ ਧਨ ਜੀਵ ਰੂਪ ਇਸਤਰੀ ਕੰਤ ਮਾਲਕ ਵਾਹਿਗੁਰੂ ਨੂੰ ਫਿਰ ਪਿਆਰੀ ਹੈ। ਉਹਨਾਂ ਨੂੰ ਪਿਆਰ ਕਰਦਾ ਹੈ ਮੇਰਾ ਮਾਲਕ ਵਾਹਿਗੁਰੂ, ਜਿਨ੍ਹਾਂ ਦਾ ਹਿਰਦਾ ਸੁੱਧ ਹੈ। ਜੇ ਹਿਰਦੇ 'ਚ ਖੁਟਿਆਈ ਹੈ ਨਾ, ਈਰਖਾ ਦਵੈਕ ਹੈ, ਤਾਂ ਹਜੂਰ ਦੇ ਬਚਨ ਨੇ ਗੁਰਬਾਣੀ ਦੇ ਅੰਦਰ ਆਪਾਂ ਕੀਰਤਨ ਵਿੱਚ ਵੀ ਸੁਣਿਆ ਹੈ। ਕੋਈ ਗਾਈ ਜਾਵੇ, ਕੋਈ ਵਜਾਈ ਜਾਵੇ, ਕੋਈ ਸੁਣਾਈ ਜਾਵੇ, ਕੋਈ ਕਥਾ ਕਰੀ ਜਾਵੇ, ਕੋਈ ਕੀਰਤਨ ਕਰੀ ਜਾਵੇ, ਅੱਖਾਂ 'ਚ ਹੰਝੂ ਵਗਾ ਵਗਾ ਵੀ ਸੰਗਤ ਨੂੰ ਵਿਖਾਈ ਜਾਵੇ। ਸਤਿਗੁਰੂ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਪਹਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਉਹਨਾਂ ਦੀਆਂ ਟਾਰਾਂ ਮਾਰੀਆਂ ਤੇ ਰੋ ਰੋ ਕੇ ਗਾਇਆ ਹੋਇਆ ਵੀ ਕੀ ਕਰੇਗਾ, ਜਿਨ੍ਹਾਂ ਦਾ ਹਿਰਦਾ ਸੁੱਧ ਨਹੀਂ ਹੋ ਸਕਿਆ। ਜਦੋਂ ਹਿਰਦਾ ਸੁੱਧ ਹੋ ਗਿਆ ਨਾ, ਉਹ ਪਿਆਰੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਫਿਰ ਆਣ ਕੇ ਮਿਲੇਗਾ। ਉਹੀ ਜੀਵ ਰੂਪੀ ਇਸਤਰੀ, ਉਹੀ ਗੁਰੂ ਕਾ ਸਿੱਖ ਗੁਰੂ ਨੂੰ ਫਿਰ ਪਿਆਰਾ ਲੱਗਦਾ ਹੈ। ਸੱਚ ਸੰਜਮ ਸਦਾ ਹੈ ਨਿਰਮਲ, ਜਿਨ੍ਹਾਂ ਨੇ ਸੱਚ ਨੂੰ ਖਾਲਸਾ ਜੀ ਪਹਿਰਾ ਦਿੱਤਾ, ਸੱਚ ਦਾ ਜੀਵਨ ਬਣਾਇਆ ਹੈ, ਸੱਚ ਬੋਲਦੇ ਨੇ, ਸੱਚ ਦੀ ਕਿਰਿਆ ਮਰਿਆਦਾ ਵਿੱਚ ਰਹਿੰਦੇ ਨੇ। ਸਤਿਗੁਰੂ ਦਾ ਹੁਕਮ ਹੈ ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋ ਲੀਐ। ਗੁਰੂ ਕੇ ਸਿੱਖ ਨੂੰ ਹੁਕਮ ਹੈ ਸੱਚ ਤੇ ਪਹਿਰਾ ਦੇਣਾ ਹੈ। ਸੋ ਝੂਠ ਆਦਿਕ ਛਲ ਆਦਿਕ ਮੇਰੇ ਗੁਰੂ ਨੂੰ ਪ੍ਰਵਾਨ ਨਹੀਂ। ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋ ਲੀਐ। ਸੋ ਹਜੂਰ ਕਹਿੰਦੇ ਸੱਚ ਤੇ ਪਹਿਰਾ ਦੇਵੇ ਗੁਰੂ ਕਾ ਪਿਆਰਾ। ਸੰਜਮ ਇੰਦਰੀਆਂ ਦਾ ਦਮਨ ਕਰਕੇ ਰੱਖਣਾ, ਔਗੁਣਾ ਵਿਕਾਰਾਂ ਦੀ ਮੈਲ ਤੋਂ ਬਚ ਕੇ ਰਹਿਣਾ ਹੈ। ਤੇ ਸਦਾ ਹੈ ਨਿਰਮਲ, ਜਿਹਦਾ ਹਿਰਦਾ ਸਦਾ ਵਾਸਤੇ ਉਜਲ ਹੋ ਗਿਆ ਨਾ। ਇੰਦਰੀਆਂ ਨੂੰ ਔਗੁਣਾ ਵਿਕਾਰਾਂ ਵੱਲੋਂ ਕੰਨ ਉਸਤਤ ਨਿੰਦਾ ਸੁਣ ਤੋਂ ਰੋਕੇ ਹੋਏ ਨੇ, ਜ਼ੁਬਾਨ ਚੁਗਲੀ ਕਰਨ ਤੋਂ ਰੋਕੀ ਹੋਈ ਹੈ, ਸੰਜਮ ਵਿੱਚ ਹੈ। ਪੈਰ ਕਦੇ ਕੁਸੰਗਤ ਵੱਲ ਨਹੀਂ ਜਾਂਦੇ, ਹੱਥ ਕਦੇ ਖੋਣ ਖਿੱਚਣ ਵੱਲ ਨਹੀਂ ਜਾਂਦੇ, ਅੱਖਾਂ ਕਦੇ ਬਿਟਰ ਬਿਟਰ ਬਗਾਨੇ ਰੂਪ ਨਹੀਂ ਕਦੇ ਤੱਕਦੀਆਂ। ਐਸਾ ਸੰਜਮ ਇੰਦਰੀਆਂ ਦਾ ਦਮਨ ਕੀਤਾ ਹੋਇਆ ਜਿਨ੍ਹਾਂ ਨੇ, ਔਰ ਸਦਾ ਵਾਸਤੇ ਜਿਨ੍ਹਾਂ ਦਾ ਹਿਰਦਾ ਪਵਿੱਤਰਤਾ ਦੇ ਸਹਿਤ ਹੋ ਗਿਆ। ਗੁਰ ਕੈ ਸ਼ਬਦ ਸਿਗਾਰੀ, ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਮੇਰੇ ਸਤਿਗੁਰੂ ਨੇ ਗੁਰੂ ਕੇ ਸ਼ਬਦ ਦਾ ਸ਼ਿੰਗਾਰ ਲਾਉਣਾ ਕੀਤਾ। ਗੁਰੂ ਕੇ ਸ਼ਬਦ ਦਾ ਇਹ ਸੁਹੱਪਣ ਵਾਸਤੇ ਸ਼ਿੰਗਾਰ ਹੁੰਦੇ ਨੇ, 16 ਤਰ੍ਹਾਂ ਦੇ ਮੰਨੇ ਹੋਏ ਨੇ। ਬੀਬੀਆਂ ਕਰਦੀਆਂ ਨੇ 16 ਸ਼ਿੰਗਾਰ ਆਦਿਕ। ਇੱਕ ਬਾਹਰੀ ਸ਼ਿੰਗਾਰ ਹੁੰਦੇ ਨੇ, ਇੱਕ ਅੰਦਰੋਂ ਕੁਦਰਤੀ ਸ਼ਿੰਗਾਰ ਹੁੰਦੇ ਨੇ। ਕਿਸੇ ਕਿਸੇ ਭਾਗਾਂ ਵਾਲੀ ਇਸਤਰੀ ਨੂੰ ਇਹ 16 ਸ਼ਿੰਗਾਰ ਕੁਦਰਤ ਨੇ ਕੁਦਰਤੀ ਦਿੱਤੇ ਹੋਏ ਨੇ। ਸੋ ਇਹ ਕਿਸੇ ਕਿਸੇ ਨੂੰ ਮਿਲਦੇ ਨੇ। ਬਾਹਰੀ ਸ਼ਿੰਗਾਰ ਵੀ ਹਨ। ਹਜੂਰ ਨੇ ਗੁਰਬਾਣੀ 'ਚ ਬਚਨ ਫਰਮਾਇਆ, 16 ਕੀਏ ਸ਼ਿੰਗਾਰ ਕੇ ਅੰਜਨ ਭਾਜਿਆ। ਉਹ 16 ਤਰ੍ਹਾਂ ਦੇ ਨਾਨਾ ਤਰ੍ਹਾਂ ਦੇ ਸ਼ਿੰਗਾਰ ਆਦਿਕ ਹੈ। ਵਿਦਵਾਨ ਪੁਰਸ਼ਾਂ ਨੇ ਕਥਨ ਕੀਤਾ 16 ਸ਼ਿੰਗਾਰਾਂ ਬਾਰੇ। ਤ੍ਰੈ ਕਾਲੇ ਦੋਇ ਉਜਲੇ ਪਤਲੇ ਪੰਜ ਪ੍ਰਕਾਰ, ਚਾਰ ਕਠਨ ਦੋਇ ਚੀਕਣੇ 16 ਇਹ ਸ਼ਿੰਗਾਰ। ਸੋ ਇਹ 16 ਸ਼ਿੰਗਾਰ ਹਾਰ ਭਾਵ ਨੇ ਸੁਹੱਪਣ ਵਾਲੀ ਬਣਨ ਵਾਸਤੇ। ਜਦੋਂ ਗੁਰੂ ਕੇ ਸ਼ਬਦ ਦੀ ਕਮਾਈ ਕੀਤੀ ਨਾ, ਫਿਰ ਇਹ ਗੁਰੂ ਕੇ ਸ਼ਬਦ ਦਾ ਸ਼ਿੰਗਾਰ ਲਾਉਣਾ ਕੀਤਾ ਹੈ। ਗੁਰੂ ਕੀ ਜਿਹੜੀ ਸਿੱਖਿਆ ਹੈ ਨਾ, ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੇ, ਰਾਵੇ ਲਾਲ ਪਿਆਰੇ। ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾ ਅਵਰੇ। ਐਸਾ ਗੁਰੂ ਕੇ ਪਿਆਰਿਆਂ ਨੇ ਗੁਰੂ ਕੇ ਸ਼ਬਦ ਦੀ ਜਿਹੜੀ ਕਮਾਈ ਕੀਤੀ ਹੈ ਤੇ ਗੁਣ ਧਾਰਨ ਕੀਤੇ ਨੇ, ਸਭ ਗੁਣਾਂ ਦਾ ਸ਼ਿੰਗਾਰ ਉਹਨਾਂ ਨੇ ਬਣਾਉਣਾ ਕੀਤਾ ਹੈ। ਫਰੀਦ ਸਾਹਿਬ ਨੇ ਆਖਿਆ ਸੀ, ਭੈਣੇ ਜੇ ਪਤੀ ਨੂੰ ਪ੍ਰਾਪਤ ਵਸ ਕਰਨਾ ਚਾਹੁੰਦੀ ਹੈ ਨਾ, ਤਾਂ ਇਹ ਗੁਣ ਕਰਿਆ ਕਰ। ਨਿਵਣ ਸੋ ਅੱਖਰ ਖਵਣ ਗੁਣ, ਜੇ ਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਤਾਂ ਵਾਹਿਗੁਰੂ ਕੰਤ ਪ੍ਰਾਪਤ ਹੋਵੇਗਾ। ਨਿਮਰਤਾ ਦੇ ਗੁਣ ਧਾਰਨ ਕਰ। ਇਹ ਸਭ ਗੁਣਾਂ ਦਾ ਸ਼ਿੰਗਾਰ ਜਿਹੜਾ ਹੈ ਐਸਾ ਕਰਨਾ ਕਰ। ਮੇਰਾ ਪ੍ਰਭ ਸਾਚਾ ਸਜੀ ਸਾਚਾ, ਉਹ ਮੇਰਾ ਪ੍ਰਭੂ ਪਰਮੇਸ਼ਰ ਸੱਚਾ ਹੈ, ਤ੍ਰੈ ਕਾਲ ਆਬਾਦ ਰੂਪ ਹੈ।
ਸਦਾ ਵਾਸਤੇ ਸੱਚਾ ਮਾਲਕ ਵਾਹਿਗੁਰੂ। ਉਹ ਤਾਂ ਜਦੋਂ ਯੁੱਗ ਬਣੇ ਸੀ ਨਾ, ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਹਰੇਕ ਯੁੱਗ ਵਿੱਚ ਹਰੇਕ ਥਾਂ ਤੇ ਉਹ ਸੱਚਾ ਮਾਲਕ ਵਾਹਿਗੁਰੂ ਹੈ, ਸਦ ਹੀ ਸੱਚ, ਸਦਾ ਹੀ ਸੱਚਾ ਹੈ। ਜਿਨ ਆਪੇ ਆਪ ਪਾਇਆ, ਜਿਸ ਮੇਰੇ ਮਾਲਕ ਸੱਚ ਸਰੂਪ ਵਾਹਿਗੁਰੂ ਨੂੰ ਕਿਸੇ ਨੇ ਪੈਦਾ ਕੀਤਾ ਹੋਇਆ ਨਹੀਂ, ਕਿਸੇ ਦਾ ਬਣਾਇਆ ਹੋਇਆ ਨਹੀਂ। ਰੱਬ ਨੂੰ ਲੋਕਾਂ ਨੇ ਬਣਾਇਆ ਹੋਵੇ, ਵੋਟਾਂ ਨਾਲ ਰੱਬ ਬਣਿਆ ਹੋਵੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਗਿਆਨ ਸੋਏ। ਉਹ ਆਪਣੇ ਆਪ ਤੋਂ ਹੀ ਪਰਮੇਸ਼ਰ ਹੈ। ਸੋ ਨਾ ਤਿਸ ਬਾਪ ਨਾ ਮਾਈ ਕਿਨ ਤੂੰ ਜਾਇਆ, ਮਾਤਾ ਪਿਤਾ ਤੋਂ ਪੈਦਾ ਹੋਣ ਵਾਲਾ ਪਰਮੇਸ਼ਰ ਨਹੀਂ ਹੈ। ਸਦਾ ਵਾਸਤੇ ਸੱਚ ਸਰੂਪ ਵਾਹਿਗੁਰੂ ਨਿਰੰਕਾਰ ਹੈ, ਕਿਸੇ ਦਾ ਪੈਦਾ ਸਥਾਪਿਤ ਕੀਤਾ ਹੋਇਆ ਨਹੀਂ ਹੈ। ਨਾਨਕ ਸਦਾ ਪਿਰ ਰਾਵੇ ਆਪਣਾ, ਜਿਹੜੀ ਜੀਵ ਰੂਪੀ ਇਸਤਰੀ ਸਦਾ ਪਿਰ ਪਤੀ ਵਾਹਿਗੁਰੂ ਪਰਮੇਸ਼ਰ ਨੂੰ ਪਾਈ ਰਾਵੇ, ਉਹਦਾ ਜਸ ਉਚਾਰਦੀ ਹੈ, ਸੋਭਾ ਵਡਿਆਈ ਹਰ ਵੇਲੇ ਕਰਦੀ ਰਹਿੰਦੀ ਹੈ। ਜਿਨ ਗੁਰ ਚਰਣੀ ਚਿਤ ਲਾਇਆ, ਜਿਨ੍ਹਾਂ ਨੇ ਗੁਰੂ ਕੇ ਚਰਨਾਂ ਨਾਲ ਆਪਣੇ ਚਿੱਤ ਨੂੰ ਲਾਇਆ ਹੋਇਆ ਜੀਵ ਰੂਪੀ ਇਸਤਰੀ ਸਦਾ ਵਾਸਤੇ ਫਿਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੀ ਰਹਿੰਦੀ ਹੈ। ਹਰ ਵੇਲੇ ਪਰਮੇਸ਼ਰ ਦੀ ਯਾਦ ਵਿੱਚ 9 ਨਿਸ਼ਾਨੀਆਂ ਨੇ ਰੱਬ ਦੇ ਪਿਆਰੇ ਆਸ਼ਕਾਂ ਦੀਆਂ। ਆਸ਼ਕਾਰਾ ਨਵ ਨਿਸ਼ਾਨੀ ਐ ਪਿਸਰੈ, ਆਹ ਸਰਦੋ ਰੰਗ ਜਰਦੋ ਚਸ਼ਮ ਤਰ, ਕਮ ਗੁਪਤਨੋ ਕਮ ਖੁਰਦਨੋ ਖੁਆਬ ਸ਼ਹਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਾਰੈ। ਇਹ 9 ਨਿਸ਼ਾਨੀਆਂ ਨੇ ਗੁਰੂ ਕੇ ਪਿਆਰਿਆਂ ਦੀਆਂ। ਗੁਰਮਤਿ ਦੇ ਧਾਰਨੀ ਹੋ ਕੇ ਸੱਚੇ ਵਾਹਿਗੁਰੂ ਪਰਮੇਸ਼ਰ ਤੋਂ ਸਦਾ ਵਾਸਤੇ ਉਹਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ। ਇਰ ਪਾਇੜਾ ਬਾਲੜੀਏ, ਜਿਨ੍ਹਾਂ ਨੇ ਹਜੂਰ ਪਹਿਲੀ ਪੌੜੀ 'ਚ ਸਿੱਖਿਆ ਦਿੱਤੀ ਹੈ ਵਾਹਿਗੁਰੂ ਦੀ ਪ੍ਰਾਪਤੀ ਦੀ ਜੁਗਤ ਹੈ। ਹੁਣ ਦੂਸਰੀ ਪੌੜੀ 'ਚ ਕਹਿੰਦੇ ਨੇ ਪਿਰ ਪਾਇੜਾ ਬਾਲੜੀਏ, ਹੇ ਬਾਲਕੀਏ ਜੀਵ ਰੂਪੀ ਇਸਤਰੀਏ, ਜਿਨ੍ਹਾਂ ਰੂਹਾਂ ਨੇ ਪਿਆਰਿਆਂ ਨੇ ਉਸ ਪਿਆਰੇ ਕੰਤ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਤਨ ਦਿਨ ਸਹਜੇ ਮਾਤੀ ਰਾਮ, ਉਹ ਦਿਨੇ ਰਾਤ ਹੀ ਸਹਿਜ ਸੁਭਾਵਕੀ ਵਾਹਿਗੁਰੂ ਦੇ ਸਰੂਪ ਵਿੱਚ ਮਾਤੀ ਮਸਤ ਹੋਏ ਹੋਏ ਨੇ। ਉਹਨਾਂ ਦਾ ਵੱਖਰਾਪਨ ਹੁਣ ਰਿਹਾ ਹੀ ਕੋਈ ਨਹੀਂ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ, ਬਿਨਵੰਤ ਨਾਨਕ ਸੇਈ ਜਾਣ ਹੈ ਜਿਨੀ ਹਰ ਰਸ ਪੀਐ। ਸੋ ਪਰਮੇਸ਼ਰ ਵਿੱਚ ਹੀ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ, ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਪਰਮੇਸ਼ਰ ਵਿੱਚ ਅਭੇਦ ਹੋ ਗਏ ਨੇ, ਉਸ ਵਾਹਿਗੁਰੂ ਵਿੱਚ ਹੀ ਮਸਤ ਹੋ ਗਏ, ਤਦਾਕਾਰ ਹੋ ਗਏ ਨੇ ਗੁਰੂ ਕੇ ਪਿਆਰੇ। ਗੁਰਮਤੀ ਮਨ ਆਨੰਦ ਪਿਆ, ਜਿਨ੍ਹਾਂ ਨੇ ਗੁਰੂ ਕੀ ਮਤ ਸਿੱਖਿਆ ਧਾਰਨ ਕੀਤੀ ਨੇ, ਗੁਰੂ ਦਾ ਉਪਦੇਸ਼ ਗ੍ਰਹਿਣ ਕੀਤਾ ਹੈ, ਉਹਨਾਂ ਪਿਆਰਿਆਂ ਦਾ ਮਨ ਜਿਹੜਾ ਨਾ ਆਨੰਦ ਭਇਆ, ਆਨੰਦ ਪਾਇਆ, ਆਨੰਦ ਦੇ ਸਹਿਤ ਹੋ ਗਏ ਆਨੰਦ ਦੇ। ਕਹਿਣ ਨੂੰ ਲੋਕ ਬੜਾ ਆਨੰਦ ਕਹਿੰਦੇ ਨੇ। ਕੋਈ ਪਾਣੀ ਪੀਂਦਾ ਹੋਵੇ ਨਾ, ਜਲ ਛਕ ਲਓ ਜੀ, ਹੋਰ ਆਨੰਦ ਹੋ ਗਿਆ ਜੀ। ਘੰਟੇ ਕੁ ਬਾਅਦ ਫਿਰ ਲਿਆਓ ਪਾਣੀ, ਲਿਆਓ ਪਾਣੀ। ਪ੍ਰਸ਼ਾਦਾ ਛਕਦਾ ਹੋਵੇ, ਹੋਰ ਪ੍ਰਸ਼ਾਦਾ, ਬਾਅਦ ਆਨੰਦ ਪ੍ਰਸੰਨ ਹੈ। 3-4 ਘੰਟੇ ਮਸਾਂ ਉਹ ਆਨੰਦ ਕੱਢਦਾ, ਭੁੱਖੋਂ ਕਰਦਾ ਰਸੋਈ ਵੱਲ ਭੱਜਾ ਹੁੰਦਾ ਹੈ। ਇਹ ਕਹਿਣ ਮਾਤਰ ਆਨੰਦ ਹੈ। ਵਿਸ਼ਿਆਨੰਦ ਸੰਸਾਰ ਹੈ, ਭਜਨਾਨੰਦ ਅਰਦਾਸ, ਗਿਆਨਾਨੰਦ ਜੀਵਨ ਮੁਕਤ ਭਈ ਵਾਸ਼ਨਾ ਨਾਸ ਹੈ। ਮਿਲ ਕੋ ਰਿਸ਼ਤੇਦਾਰ ਨੂੰ ਮਿਲੇ ਨਾ, ਕੀ ਹਾਲ ਚਾਲ ਹੈ, ਆਨੰਦ ਪ੍ਰਸੰਨ ਚੜ੍ਹਦੀ ਕਲਾ ਹੈ। ਜਦੋਂ ਲੰਗਰ ਪਾਣੀ ਛਕ ਕੇ ਰਾਤ ਨੂੰ ਮੰਜਿਆਂ ਤੇ ਪੈਣ ਲੱਗਦੇ ਆ, ਉਸ ਵੇਲੇ ਫਿਰ ਘਰ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਜਿਹੜੇ ਮਿਲਣ ਵੇਲੇ ਕਹਿੰਦੇ ਸੀ ਨਾ ਆਨੰਦ ਪ੍ਰਸੰਨ, ਉਹ ਫਿਰ ਰੋਂਦੇ ਵੇਖੀਦੇ ਨੇ, ਰੋਂਦੇ। ਫਿਰ ਹਜੂਰ ਕਹਿੰਦੇ ਸੁੱਖ ਵਾਲੀ ਗੱਲ ਤਾਂ ਲੱਭਦੀ ਕੋਈ, ਦੁੱਖਾਂ ਦੀਆਂ ਪੰਡਾਂ ਹੀ ਖੁੱਲਦੀਆਂ ਨੇ, ਆਨੰਦ ਪਤਾ ਨਹੀਂ ਕਿੱਥੇ ਚਲਾ ਜਾਂਦਾ ਹੈ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਇਹ ਕਹਿਣ ਮਾਤਰ ਹੈ, ਆਨੰਦ ਆਨੰਦ ਸਭ ਤੋਂ ਕਹੈ। ਆਨੰਦ ਆਨੰਦ ਦੁਨੀਆ ਕਹਿੰਦੀ ਤਾਂ ਸਾਰੀ ਹੈ,
ਦਰ ਹਕੀਕਤ ਆਨੰਦ ਗੁਰੂ ਤੇ ਜਾਣਿਆ। ਆਨੰਦ ਦੀ ਅਵਸਥਾ ਤਾਂ ਗੁਰੂ ਕੋਲੋਂ ਜਾਣੀ ਜਾਂਦੀ ਹੈ। ਜਿਨ੍ਹਾਂ ਨੂੰ ਆਨੰਦ ਪ੍ਰਾਪਤ ਹੋ ਗਿਆ ਹੈ ਨਾ, ਆਰੇ ਨਾਲ ਚੀਰੀ ਜਾ ਰਹੇ ਨੇ, ਬੰਦ ਕੱਟੀ ਜਾ ਰਹੇ ਨੇ, ਔਰ ਅੱਗ ਵਿੱਚ ਸਾੜੀ ਜਾਂਦੇ ਨੇ, ਦੇਗ ਵਿੱਚ ਚੌਂਕੜੇ ਮਾਰ ਕੇ ਬੈਠੇ ਹੋਏ ਨੇ। ਆਨੰਦ ਵਿੱਚ ਫਰਕ ਹੀ ਕੋਈ ਨਹੀਂ। ਸਰੀਰ ਤੋਂ ਪਰੇ ਹੋਏ ਗੁਰੂ ਕੇ ਪਿਆਰੇ ਨੇ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੇ ਸੋ ਭਾਗਾ। ਵਾਹਿਗੁਰੂ ਦੀ ਪ੍ਰਾਪਤੀ ਦਾ ਲੱਗਾ ਹੋਇਆ ਚੂਚੂਆ ਗਾੜਾ ਰੰਗ ਭਗਤੀ ਦਾ ਕਦੇ ਲੈਂਦਾ ਹੀ ਨਹੀਂ। ਐਸਾ ਜੀਵਨ ਉਹਨਾਂ ਦਾ ਆਨੰਦ ਦੇ ਸਹਿਤ ਹੋ ਗਿਆ। ਤਿਤ ਤਨ ਮੈਲ ਨਾ ਰਾਤੀ ਰਾਮ। ਉਹਨਾਂ ਗੁਰੂ ਕੇ ਪਿਆਰਿਆਂ ਦੇ ਫਿਰ ਸਰੀਰ ਜਿਹੜਾ ਹਿਰਦਾ ਰੂਪੀ ਕੱਪੜਾ ਹੈ ਨਾ, ਕਿਸੇ ਪ੍ਰਕਾਰ ਦੀ ਔਗਣਾ ਵਿਕਾਰਾਂ ਦੀ ਕੋਈ ਮੈਲ ਕੁਚੈਲ ਨਹੀਂ ਕਦੇ ਰਹਿ ਜਾਂਦੇ। ਕੋਈ ਔਗਣ ਨਹੀਂ ਉਹਨਾਂ ਗੁਰੂ ਕੇ ਪਿਆਰਿਆਂ ਦੇ ਹਿਰਦੇ 'ਚ ਰਹਿ ਜਾਂਦਾ। ਹਿਰਦਾ ਸੁੱਧ ਹੋ ਜਾਂਦਾ ਹੈ। ਔਗਣਾ ਵਿਕਾਰਾਂ ਦੀ ਜਿਹੜੀ ਪਾਪਾਂ ਦੀ ਚਮੜੀ ਹੋਈ ਮੈਲ ਹੈ, ਪ੍ਰਤੀ ਮਾਤਰ ਵੀ ਗੁਰੂ ਕੇ ਪਿਆਰਿਆਂ ਦੇ ਪਾਸ ਨਹੀਂ ਕਦੇ ਰਹਿ ਸਕਦੇ। ਸੋ ਵਾਹਿਗੁਰੂ ਦੀ ਭਜਨ ਬੰਦਗੀ ਕਰਕੇ ਹਿਰਦੇ ਨੂੰ ਸੁੱਧ ਕਰ ਲਿਆ ਉਹਨਾਂ ਨੇ। ਤਿਤ ਤਨ ਮੈਲ ਨਾ ਰਾਤੀ, ਹਰ ਪ੍ਰਭ ਰਾਤੀ। ਜਿਹੜੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੱਤੇ ਹੋਏ ਨੇ ਗੁਰੂ ਕੇ ਪਿਆਰੇ, ਤਿਰ ਤਨ ਮੈਲ ਨਾ ਰਾਤੇ। ਇਹਨਾਂ ਦੇ ਸਰੀਰ ਨੂੰ, ਹਿਰਦੇ ਨੂੰ ਔਗਣਾ ਵਿਕਾਰਾਂ ਦੀ ਮੈਲ ਨਹੀਂ ਕਦੇ ਲੱਗੇਗੀ। ਹਰ ਪ੍ਰਭ ਰਾਤੀ, ਮੇਰਾ ਪ੍ਰਭ ਮੇਲ ਮਿਲਾਏ। ਮੇਰਾ ਪ੍ਰਭ ਮੇਲ ਮਿਲਾਏ। ਮੇਰਾ ਪ੍ਰਭੂ ਪਰਮੇਸ਼ਰ ਆਪਣੇ ਭਗਤ ਸਹਿਤ ਮੇਲ ਜਿਹੜਾ ਗੁਰਸਿੱਖਾਂ ਦੀ ਸੰਗਤ ਦੇ ਮੇਲ ਦੁਆਰਾ ਅਭੇਦ ਨਿਸ਼ਚੈ ਰੂਪੀ ਕੰਠ ਨਾਲ ਲਾ ਕਰਕੇ ਆਪਣੇ ਚ ਜਦੋਂ ਮੇਲ ਲੈਂਦਾ ਹੈ, ਪ੍ਰਭੂ ਪਰਮੇਸ਼ਰ ਜਦੋਂ ਕਿਰਪਾ ਕਰਦਾ ਹੈ ਆਪਣੇ ਮੇਲ ਦੁਆਰਾ, ਗੁਰਸਿੱਖਾਂ ਦੀ ਸੰਗਤ ਦੇ ਮੇਲ ਦੁਆਰਾ, ਭਾਵ ਭਗਤੀ ਸਿਮਰਨ ਦੇ ਮੇਲ ਦੁਆਰਾ ਆਪਣੇ ਵਿੱਚ ਹੀ ਮੇਲ ਲਿਆ। ਹੁਣ ਆਪਣਾ ਸਰੂਪ ਹੀ ਬਣਾ ਲਿਆ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਹਰ ਜਨ ਦੁਈ ਏਕ ਹੈ, ਬੇ ਵਿਚਾਰ ਕਛ ਨਾ ਹੈ। ਕੋਈ ਫਰਕ ਨਹੀਂ ਰਹਿ ਜਾਂਦਾ ਗੁਰੂ ਕੇ ਪਿਆਰਿਆਂ ਦਾ। ਅਨ ਦਿਨ ਰਾਵੇ ਹਰ ਪ੍ਰਭ, ਆਪਣੇ ਪ੍ਰਭੂ ਪਰਮੇਸ਼ਰ ਨੂੰ ਦਿਨੇ ਰਾਤ ਹੀ ਫਿਰ ਖਾਲਸਾ ਜੀ ਉਹ ਰਾਵੇ ਜਸ ਦਾ ਰਵਣ ਉਚਾਰਨ ਕਰਦੇ ਰਹਿੰਦੇ ਹਨ। ਉਸ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਰਾਵੇ ਭੋਗਦੇ ਨੇ ਗੁਰੂ ਕੇ ਪਿਆਰੇ। ਵਾਹਿਗੁਰੂ ਪਰਮੇਸ਼ਰ ਜੋ ਨਿਰੰਕਾਰ ਹੈ ਨਾ, ਉਹਦੀ ਪ੍ਰਾਪਤੀ ਦੀ ਅਭੇਦਤਾ ਦੇ ਆਨੰਦ ਨੂੰ ਗੁਰੂ ਕੇ ਪਿਆਰੇ ਸਦਾ ਵਾਸਤੇ ਭੋਗਦੇ ਹਨ। ਵਿੱਚੋਂ ਆਪ ਗਵਾਏ, ਜਿਨ੍ਹਾਂ ਨੇ ਗੁਰੂ ਕੇ ਪਿਆਰਿਆਂ ਨੇ ਫਿਰ ਵਿੱਚੋਂ ਆਪਾ ਭਾਵ ਸਾਰਾ ਗਵਾਰਿਆ ਹੈ। ਜਿਵੇਂ ਹਜੂਰ ਦੇ ਬਚਨ ਨੇ ਗੁਰਬਾਣੀ ਚ, ਸੋ ਖਾਲਸਾ ਜੀ, ਜਿਵੇਂ ਕਿ ਇਸਤਰੀ ਤੇ ਮਨੁੱਖ ਜਿਹੜਾ ਪਿਆਰ ਪਰਿਵਾਰ ਹੈ ਨਾ, ਆਪਸ ਵਿੱਚ ਸਰੀਰ ਭਾਵੇਂ ਵੇਖਣ ਨੂੰ ਦੋ ਹੋਣ, ਪਰ ਅੰਦਰ ਦੀ ਜੋਤ ਇੱਕ ਹੋਵੇ। ਇਹ ਨਾ ਹੋਵੇ ਇੱਕ ਦੂਜੇ ਤੋਂ ਲੁਕਾਈ ਫਿਰਨ, ਇੱਕ ਦੂਜੇ ਤੋਂ ਚੋਰੀਆਂ ਕਮਾਉਂਦੇ ਫਿਰਨ, ਛਲ ਧੋਖਾ ਆਪਸ ਵਿੱਚ ਕਰੀ ਜਾਵਣ। ਨਹੀਂ, ਹਜੂਰ ਦੇ ਬਚਨ ਨੇ ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਏ। ਇਸੇ ਤਰ੍ਹਾਂ ਹੀ ਗੁਰੂ ਦਾ ਸਿੱਖ ਵੀ ਜਿਹੜਾ ਉਹਦਾ ਹਿਰਦਾ ਸੁੱਧ ਹੈ, ਵਾਹਿਗੁਰੂ ਪਰਮੇਸ਼ਰ ਨਾਲ ਮਿਲਿਆ ਹੋਇਆ। ਕਿਸੇ ਪ੍ਰਕਾਰ ਦਾ ਕੋਈ ਓਲਾ, ਕੋਈ ਪੜਦਾ ਰਿਹਾ ਹੀ ਕੋਈ ਨਹੀਂ। ਐਸੀ ਗੁਰੂ ਨੇ ਕਿਰਪਾ ਕੀਤੀ ਹੈ। ਗੁਰਮਤਿ ਪਾਇਆ ਸਹਿਜ ਮਿਲਾਇਆ, ਜਿਨ੍ਹਾਂ ਨੇ ਗੁਰੂ ਕੀ ਮੱਤ ਸਿੱਖਿਆ ਨੂੰ ਭਾਈ ਪ੍ਰਾਪਤ ਕੀਤਾ, ਉਹਨਾਂ ਨੂੰ ਸਹਿਜ ਸੁਭਾਵ ਸੁਤੇ ਸਿਰ ਦੀ ਮੇਰਾ ਸਤਿਗੁਰੂ ਮਿਲ ਪਿਆ ਹੈ। ਮਿਲਿਆ ਉਹਨਾਂ ਨੇ ਜਿਨ੍ਹਾਂ ਨੇ ਗੁਰੂ ਕੀ ਮੱਤ ਸਿੱਖਿਆ ਧਾਰਨ ਕੀਤੀ ਹੈ। ਗੁਰ ਕੀ ਮੱਤ ਤੋਂ ਲੇਹੇ ਗਿਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਕੇ ਪਿਆਰਿਆਂ ਆਪਣੀ ਮੱਤ ਛੱਡ ਕੇ ਗੁਰੂ ਕੀ ਮੱਤ ਸਿੱਖਿਆ ਧਾਰਨ ਕਰ। ਕਿਰਪਾ ਉਦੋਂ ਹੋਣੀ ਹੈ ਜਿੱਦਣ ਸਤਿਗੁਰੂ ਦੀ ਮੱਤ ਗ੍ਰਹਿਣ ਕਰੇਗਾ। ਆਪਣੀ ਮੱਤ ਛੱਡ ਦੇਵੇਗਾ। ਹਜੂਰ ਦੇ ਬਚਨ ਨੇ ਬੜੀ ਔਖੀ ਗੱਲ ਹੈ। ਮਨ ਕੀ ਮੱਤ ਤੇ ਆਗਾਹੋ ਹਾਰ ਜਾਣਾ, ਇਹਾ ਬਾਤ ਇਕੱਠੇ ਨਹੀਂ। ਸਭ ਤੋਂ ਔਖੀ ਗੱਲ ਹੈ ਆਪਣੀ ਬੁੱਧੀ ਦੀ ਸਿਆਣਪ ਛੱਡਣੀ, ਆਪਣੀ ਹਉਮੈ ਨੂੰ ਛੱਡਣਾ। ਨਹੀਂ ਤੇ ਹਰ ਬੰਦਾ ਆਪਣੀ ਰਾਏ ਦੇਣ ਨੂੰ ਤਿਆਰ ਹੁੰਦਾ ਹੈ। ਨਹੀਂ, ਗੁਰੂ ਕੇ ਪਿਆਰੇ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਹੋਏ ਨੇ। ਕੋਈ ਆਪਣੀ ਸਿਆਣਪ ਹੀ ਕੋਈ ਨਹੀਂ।
ਗੁਰਮਤਿ ਦੇ ਮੇਲ ਦੁਆਰਾ ਵਾਹਿਗੁਰੂ ਨਾਲ ਮਿਲੇ ਹੋਏ, ਆਪਣੇ ਪ੍ਰੀਤਮ ਰਾਤੀ, ਆਪਣੇ ਪ੍ਰੀਤਮ ਪਿਆਰੇ ਵਾਹਿਗੁਰੂ ਪਰਮੇਸ਼ਰ ਦਾ ਰਾਤੀ ਤਦਾਕਾਰ ਹੋਏ, ਅਭੇਦ ਹੋਏ ਹਨ। ਨਾਨਕ ਨਾਮ ਮਿਲੇ ਵਡਿਆਈ, ਉਹ ਗੁਰੂ ਕੇ ਪਿਆਰਿਆਂ ਨੂੰ ਫਿਰ ਵਾਹਿਗੁਰੂ ਦੇ ਨਾਮ ਦੇ ਜਰੀਏ ਇਹ ਜਿਹੜਾ ਵਾਹਿਗੁਰੂ ਨਾਲ ਮਿਲਾਪ ਬਣਿਆ ਨਾ, ਪਰਮੇਸ਼ਰ ਨੇ ਭੇਦ ਨਿਸ਼ਚੈ ਰੂਪੀ ਕੰਠ ਨਾਲ ਲਾ ਲਿਆ। ਇਹ ਨਾਮ ਦੇ ਕਾਰਨ ਕਰਕੇ ਵਡਿਆਈ ਪ੍ਰਾਪਤ ਹੁੰਦੀ ਹੈ। ਨਾਮ ਕਰਕੇ ਸੋਭਾ ਗੁਰੂ ਕੇ ਪਿਆਰਿਆਂ ਦੇ, ਜਿਹੜੇ ਬੰਦਗੀ ਕਰਦੇ ਨੇ, ਸਿਮਰਨ ਕਰਦੇ ਹੈ, ਉਹ ਹੀ ਪਰਮੇਸ਼ਰ ਚ ਅਭੇਦ ਹੁੰਦੇ ਨੇ। ਅਭੇਦ ਹੋਇਆਂ ਨੂੰ ਵਡਿਆਈ ਜਿਹੜੀ ਹੈ ਇਹ ਵਾਹਿਗੁਰੂ ਦੀ ਪ੍ਰਾਪਤੀ ਦੀ ਉਹਨਾਂ ਨੂੰ ਮਿਲਦੀ ਹੈ। ਰਬ ਰਾਵੇ ਰੰਗ ਰਾਤੀ, ਜਿਹੜੇ ਪ੍ਰਭੂ ਪਰਮੇਸ਼ਰ ਨੂੰ ਰਾਵੇ ਭੋਗਦੇ ਨੇ, ਆਨੰਦ ਦੇ ਸਹਿਤ ਹੁੰਦੇ ਨੇ, ਜਸ ਉਚਾਰਨ ਕਰਦੇ ਨੇ, ਦਿਨੇ ਰਾਤ ਹਰ ਵੇਲੇ ਰੰਗ ਵਿੱਚ ਰਤੀ ਤਦਾਕਾਰ ਹੋਏ ਨੇ। ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ। ਹਰ ਵੇਲੇ ਵਾਹਿਗੁਰੂ ਦੇ ਰੰਗ ਵਿੱਚ ਜਿਹੜੇ ਰੰਗੇ ਹੋਏ ਨੇ ਗੁਰੂ ਕੇ ਪਿਆਰੇ। ਫਿਰ ਰਾਵੇ ਰੰਗ ਰਾਤੜੀਏ, ਫਿਰ ਰਾਵੇ ਰੰਗ ਰਾਤੜੀਏ, ਹੇ ਜੀਵ ਰੂਪੀ ਇਸਤਰੀਏ, ਫਿਰ ਪਤੀ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰਾਤੜੀਏ, ਰਤੀ ਹੋ ਕਰਕੇ ਨਾ ਰੰਗ ਵਿੱਚ ਜੁੜ ਕਰਕੇ ਅਭੇਦ ਦੇ ਸਹਿਤ ਭੇਦ ਨਿਸ਼ਚੈ ਰੂਪੀ ਕੰਠ ਨਾਲ ਲੱਗ ਕਰਕੇ। ਬਿਰਕਾ ਮਹਿਲ ਤਿੰਨ ਪਾਇਆ ਰਾਮ, ਜਿਹੜੀਆਂ ਜੁੜ ਗਈਆਂ ਨੇ ਜੀਵ ਰੂਪੀ ਇਸਤਰੀਆਂ ਭਾਗਾਂ ਵਾਲੇ, ਬਿਰਕਾ ਮਹਿਲ ਤਿੰਨ ਪਾਇਆ ਰਾਮ ਹੈ। ਤੇ ਪਿਆਰੇ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਰੂਪੀ ਮਹੱਲ ਹੈ, ਪਤੀ ਦੇ ਘਰ ਵਿੱਚ ਰਹਿਣਾ ਹੁੰਦਾ ਹੈ। ਇਹ ਵਾਹਿਗੁਰੂ ਜਿੱਥੇ ਵਸਦਾ ਹੈ, ਨਿਰੰਕਾਰ ਜਿੱਥੇ ਵਸਦਾ ਹੈ, ਗੁਰੂ ਨਾਨਕ ਦਾ ਜਿੱਥੇ ਘਰ ਹੈ ਉੱਥੇ ਘਰ ਹੈ ਖਾਲਸਾ ਜੀ। ਇੱਥੇ ਨਾ ਕਰੇ ਪੌਣ, ਨਾ ਪਾਣੀ, ਨਾ ਅੱਗ, ਪੰਜੇ ਤੱਤਾਂ ਵਿੱਚੋਂ ਕਿਸੇ ਤੱਤ ਦੀ ਪਹੁੰਚ ਹੀ ਕੋਈ ਨਹੀਂ। ਨਹਿ ਸਿਵ ਸਕਤੀ ਜਲ ਨਹੀਂ ਪਵਨਾ, ਤਹੇ ਆਕਾਰ ਨਹੀਂ ਮੇਦਨੇ। ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਜਹ ਅਵਗਤ ਨਾਥ ਅਗਮ ਧਨੇ। ਹਰਖ ਅਨੰਤ ਸੋਗ ਨਹੀਂ ਪੀਆ, ਸੋ ਘਰ ਗੁਰ ਨਾਨਕ ਕਉ ਦੀਆ। ਸੱਚਖੰਡ ਵਸੈ ਨਿਰੰਕਾਰ, ਜਿੱਥੇ ਕੋਈ ਇੱਛਾ ਹੀ ਨਹੀਂ, ਕੋਈ ਸੰਕਲਪ ਹੀ, ਕੋਈ ਬੁੱਧੀ ਕਰੇ ਕੋਈ ਸੰਕਲਪ ਫੁਰਨਾ ਉਠਾ ਹੀ ਨਹੀਂ ਸਕਦੇ। ਐਸਾ ਗੁਰੂ ਨਾਨਕ ਨਿਰੰਕਾਰ ਦਾ ਘਰ ਹੈ। ਹੇ ਜੀਵ ਰੂਪੀ ਇਸਤਰੀਏ, ਫਿਰ ਪਤੀ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਰੂਪੀ ਮਹੱਲ ਵਿੱਚ ਤੇਰਾ ਵਾਸਾ ਹੋ ਜਾਵੇਗਾ। ਸੋ ਸਹੁ ਅਤ ਨਿਰਮਲ ਦਾਤਾ, ਉਹ ਮੇਰਾ ਸਹੁ ਪਤੀ ਵਾਹਿਗੁਰੂ ਪਰਮੇਸ਼ਰ ਮੈਲ ਕੁਚੈਲ ਤੋਂ ਰਹਿਤ ਨਿਰਮਲਤਾਈ ਵਾਲਾ, ਦਾਤਾ ਨੇ ਦੇਣ ਵਾਲਾ ਵਾਹਿਗੁਰੂ ਦਾਤਾ ਨਿਰੰਕਾਰ ਹੈ। ਜਿਨ ਵਿੱਚੋਂ ਆਪ ਗਵਾਇਆ ਰਾਮ, ਤੇ ਜਿਸ ਪ੍ਰਾਪਤੀ ਕਰਨ ਵਾਲਿਆਂ ਨੇ ਨਿਰਮਲ ਸੁੱਧਤਾ ਦੇ ਜੀਵਨ ਨੂੰ ਬਣਾ ਕੇ ਦਾਤੇ ਦੇ ਗੁਣ ਗਾਏ ਹਨ, ਉਹ ਵਿੱਚੋਂ ਆਪਾਂ ਭਾਵ ਜਿਨ੍ਹਾਂ ਨੇ ਗਵਾ ਲਿਆ ਹੈ, ਉਹਨਾਂ ਨੂੰ ਮੇਰਾ ਦਾਤਾ ਨਿਰਮਲਤਾਈ ਦੇ ਜੀਵਨ ਵਾਲਾ ਵਾਹਿਗੁਰੂ ਪਰਮੇਸ਼ਰ ਉਹਨਾਂ ਜੀਵਾਂ ਨੂੰ ਪ੍ਰਾਪਤ ਹੋਇਆ ਹੈ। ਜੇ ਵਿੱਚ ਹਉਮੈ ਹੰਕਾਰ ਦਾ ਹੀ ਕੀੜਾ ਚੰਬੜਿਆ ਹੋਇਆ ਹੈ, ਜੇ ਮੈਂ ਹੀ ਚੁੱਕੀ ਫਿਰਦਾ, ਹਜੂਰ ਕਹਾਂਗੇ ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੈ ਆਏ। ਹਉ ਹਉ ਮੈਂ ਵਿੱਚੋਂ ਖੋਵੈ, ਦੂਜਾ ਮੇਟੈ ਏਕੋ ਹੋਵੈ। ਗੁਰੂ ਕੇ ਸਿੱਖਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਕੋਈ ਮੇਰ ਤੇਰ, ਕੋਈ ਆਪਣਾ ਰਿਹਾ ਹੀ ਕੋਈ ਨਹੀਂ। ਹੁਣ ਤਾਂ ਸਭ ਕੁਝ ਵਾਹਿਗੁਰੂ ਪਰਮੇਸ਼ਰ ਤੋਂ ਨਿਸ਼ਾਵਰ ਕੀਤਾ ਹੋਇਆ ਹੈ। ਇਹ ਅਵਸਥਾ ਫਿਰ ਪ੍ਰਾਪਤ ਹੋਵੇਗੀ ਜਦੋਂ ਪਿਆਰੇ ਵਾਹਿਗੁਰੂ ਦੇ ਰੰਗ ਵਿੱਚ ਜੁੜ ਕੇ ਭਗਤੀ ਕਰਾਂਗੇ। ਵਿੱਚੋਂ ਮੋਹ ਚੁਕਾਇਆ ਜਾਂ ਹਰ ਭਾਇਆ, ਜਿਨ੍ਹਾਂ ਦੇ ਜੀਵਨ ਹਰੀ ਨੂੰ ਭਾ ਗਿਆ ਨਾ, ਪਰਮੇਸ਼ਰ ਜੀਵ ਰੂਪੀ ਇਸਤਰੀਆਂ ਭਾ ਗਈਆਂ ਨੇ, ਉਹਨਾਂ ਦੇ ਵਿੱਚੋਂ ਜਿਹੜਾ ਮੋਹ ਆਦਿਕ ਸੀ ਨਾ, ਉਹ ਚੁਕਾਇਆ, ਨਾਸ਼ ਕਰ ਦਿੱਤਾ ਹੈ। ਮੋਹ ਇਸ ਕਰਕੇ ਆਖਿਆ ਪੰਜ ਵਿਕਾਰ ਨੇ, ਪੰਜ ਵਿਕਾਰ ਹੈ ਬਰਾਬਰ ਦਾ ਕੰਮ ਕਰਦੇ ਨੇ, ਘੱਟ ਕੋਈ ਨਹੀਂ। ਪਰ ਜਿਹੜਾ ਮੋਹ ਹੈ ਇਹਨੂੰ ਫਿਰ ਵੀ ਨੰਬਰਦਾਰੀ ਦਿੱਤੀ ਹੋਈ ਹੈ ਪੰਜਾਂ ਨੇ। ਇਹ ਸਾਰਿਆਂ ਤੋਂ ਸ਼੍ਰੋਮਣੀ ਮੰਨਿਆ ਹੋਇਆ ਹੈ ਮੋਹ। ਪਹਿਲੋਂ ਮੋਹ ਪੈਦਾ ਹੋਵੇਗਾ, ਜਿੱਥੇ ਮੋਹ ਹੋਵੇਗਾ ਨਾ ਉੱਥੇ ਫਿਰ ਕਾਮ ਦਾ ਫੁਰਨਾ ਜ਼ਰੂਰ ਜਾਗੇਗਾ।
ਪਹਿਲੋਂ ਮੋਹ ਆਵੇਗਾ, ਜਿੱਥੇ ਮੋਹ ਹੋਵੇਗਾ ਨਾ ਫਿਰ ਉੱਥੇ ਕ੍ਰੋਧ ਜ਼ਰੂਰ ਮਗਰ ਆਵੇਗਾ। ਜਿੱਥੇ ਮੋਹ ਆਵੇਗਾ ਹੋਵੇਗਾ ਮੋਹ, ਉੱਥੇ ਫਿਰ ਲੋਭ ਜ਼ਰੂਰ ਆਵੇਗਾ, ਉਹਦੇ ਵਾਸਤੇ ਖਾਣ ਪੀਣ ਦਾ ਲਾਲਚ ਜ਼ਰੂਰ ਬਣੇਗਾ। ਜਿੱਥੇ ਮੋਹ ਆ ਗਿਆ ਨਾ ਉੱਥੇ ਫਿਰ ਹੰਕਾਰ ਤਾਂ ਮਗਰ ਜ਼ਰੂਰ ਆਉਣਾ ਹੈ, ਮੇਰੇ ਮਗਰ ਇੰਨੇ ਬੰਦੇ, ਮੈਂ ਐਡਾ ਵੱਡਾ, ਫਿਰ ਹੰਕਾਰ ਵੀ ਜ਼ਰੂਰ ਆਵੇਗਾ। ਹੈ ਭਾਵੇਂ ਬਰਾਬਰ ਦੇ ਨੇ। ਜਦੋਂ ਸਤਿਗੁਰੂ ਨੇ ਸਹਿਜ ਸਕ੍ਰਿਤੀ ਲਿਖੀ ਨਾ, ਪੰਜਵੇਂ ਪਾਤਸ਼ਾਹ ਤੇ ਪੰਜਾਂ ਵਕਾਰਾਂ ਦਾ ਨਿਰਣਾ ਕੀਤਾ, ਮੋਹ ਤੋਂ ਸਤਿਗੁਰੂ ਨੇ ਕਥਾ ਆਰੰਭ ਕੀਤੀ। ਹਰੀ ਲਾਲ ਕ੍ਰਿਸ਼ਨ ਲਾਲ, ਇਹ ਮੋਹ ਬਹੁਤ ਪ੍ਰਬਲ ਹੈ। ਸੋ ਹਜ਼ੂਰ ਕਹਿੰਦੇ ਅੰਦਰੋਂ ਜਦ ਗੁਰੂ ਨੇ ਕਿਰਪਾ ਕੀਤੀ ਨਾ ਫਿਰ ਮੋਹ ਸਾਰਾ ਚੁੱਕਿਆ ਜਾਵੇਗਾ। ਮੋਹ ਤੋਂ ਭਾਵ ਕਾਮ, ਕ੍ਰੋਧ, ਲੋਭ, ਹੰਕਾਰ, ਜਿਹੜੇ ਵਿਕਾਰ ਨੇ ਨਾ ਉਹ ਸਭ ਸਮਾਪਤ ਹੋ ਜਾਣਗੇ। ਹਰ ਕਾਮਣ ਮਨ ਭਾਣੀ, ਉਹ ਜੀਵ ਰੂਪੀ ਕਾਮਣ ਇਸਤਰੀ ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਮਨ ਨੂੰ ਭਾਣੀ ਪਾ ਜਾਵੇਗੀ। ਅਨ ਦਿਨ ਗੁਣ ਗਾਵੇ ਨਿਤ ਸਾਚੇ, ਜਿਹੜੇ ਨਿਤਾ ਪ੍ਰਤੀ ਦਿਨੇ ਰਾਤ ਹੀ ਸੱਚੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਭਾਈ ਗਾਉਂਦੇ ਹਨ। ਕਥੇ ਅਕਥ ਕਹਾਣੀ, ਕਥਨ ਕਰਦੇ ਨੇ ਅਕਥ, ਜਿਹੜਾ ਮੇਰਾ ਮਾਲਕ ਵਾਹਿਗੁਰੂ ਹੈ ਨਾ ਉਹਦੀਆਂ ਕਹਾਣੀਆਂ ਹੈ। ਕਥਨ ਤੋਂ ਰਹਿਤ ਹੈ ਉਹਦਾ ਜਸ ਹੈ। ਹਰ ਵੇਲੇ ਕਥਨ ਕਰਦੇ ਰਹਿੰਦੇ ਨੇ ਗੁਰੂ ਕੇ ਪਿਆਰੇ। ਕਥਿਆ ਨਹੀਂ ਕਦੇ ਜਾ ਸਕਦਾ, ਉਹਦੇ ਗੁਣਾਂ ਦਾ ਅੰਤ ਨਹੀਂ ਕਦੇ ਪੈ ਸਕਦਾ ਹੈ। ਸਮਗਰ ਰੂਪ ਵਿੱਚ ਕਦੇ ਉਹਦਾ ਜਸ ਕਿਹਾ ਨਹੀਂ ਜਾ ਸਕਦਾ ਹੈ। ਪੰਛੀ ਆਕਾਸ਼ 'ਚ ਉੱਚੀ ਤੋਂ ਉੱਚੀ ਉਡਾਰੀ ਤਾਂ ਲਾ ਸਕਦਾ ਹੈ। ਜੇ ਭੋਲਾ ਪੰਛੀ ਕਵੇ ਵੀ ਮੈਂ ਹੁਣ ਪਤਾ ਕਰਕੇ ਥੱਲੇ ਉਤਰਨਾ ਹੈ ਕਿ ਆਕਾਸ਼ ਉੱਚਾ ਕਿੰਨਾ, ਕਦੇ ਸਾਈਡਾਂ ਨੂੰ ਕਿੰਨਾ ਕੁ ਫੈਲਿਆ ਹੋਇਆ ਹੈ, ਉਸ ਪੰਛੀ ਦੀ ਮੂਰਖਤਾ ਹੀ ਹੋਵੇਗੀ। ਸਮੁੰਦਰ ਵਿੱਚ ਰਹਿ ਕੇ ਮੱਛੀ ਡੂੰਘੀ ਤੋਂ ਡੂੰਘੀ ਤਾਰੀ ਲਾ ਕੇ ਗਹਿਰਾਈ ਦਾ ਆਨੰਦ ਤਾਂ ਲੈ ਸਕਦੀ ਹੈ। ਭੋਲੀ ਮੱਛੀ ਆਖੇ ਕਿ ਇੰਨੇ ਚਿਰ ਤੋਂ ਸਮੁੰਦਰ ਵਿੱਚ ਹੀ ਰਹਿਣੀ ਹੈ, ਅੱਜ ਵੇਖਣਾ ਵੀ ਇਹ ਡੂੰਘਾ ਕਿੰਨਾ ਕੁ ਤੇ ਸਾਈਡਾਂ ਨੂੰ ਕਿੰਨਾ ਕੁ ਹੋਇਆ, ਇਹ ਪਤਾ ਕਰਕੇ ਰਹਿਣਾ ਹੈ। ਉਸ ਮੱਛੀ ਦੀ ਵੀ ਮੂਰਖਤਾ ਹੀ ਹੋਵੇਗੀ। ਵਾਹਿਗੁਰੂ ਦੇ ਗੁਣ ਗਾ ਕੇ ਆਨੰਦ ਤਾਂ ਲਿਆ ਜਾ ਸਕਦਾ ਹੈ, ਪਰ ਜੇ ਕੋਈ ਅੰਤ ਪਾਉਣ ਦਾ ਯਤਨ ਕਰੇ ਨਾ ਉਹਦਾ ਆਪਣਾ ਵਿੱਚ ਹੀ ਅੰਤ ਹੋ ਜਾਂਦਾ ਹੈ। ਸਾਰਿਆਂ ਨੂੰ ਵੇਦਾਂ ਸ਼ਾਸਤਰਾਂ ਨੂੰ ਵੀ ਬੇਅੰਤ ਕੋ ਕਰੰਤ ਪਾਠ ਪੇਖੀ ਹੈ, ਸਭ ਨੂੰ ਬੇਅੰਤ ਕਰਕੇ ਕਹਿਣਾ ਪੈਂਦਾ ਪਰਮੇਸ਼ਰ ਤੇਰਾ ਅੰਤ ਸਿਰਾ ਨਹੀਂ ਕੋ ਪਾ ਸਕਿਆ। ਜੁਗ ਚਾਰੇ ਸਾਚਾ ਏਕੋ ਵਰਤੈ, ਚੌਂ ਜੁਗਾਂ ਵਿੱਚ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਇੱਕ ਵਰਤਣ ਵਾਲਾ ਹੈ। ਸਤਿਯੁਗ ਵਿੱਚ ਵੀ ਵਾਹਿਗੁਰੂ ਪਰਮੇਸ਼ਰ, ਤ੍ਰੇਤੇ ਵਿੱਚ ਵੀ, ਦੁਆਪਰ ਵਿੱਚ ਵੀ, ਕਲਯੁਗ ਦੇ ਮੌਜੂਦਾ ਸਮਿਆਂ ਵਿੱਚ ਵੀ ਉਹ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਸੱਚਾ ਇੱਕੋ ਹੀ ਹੈ। ਬਿਨ ਗੁਰ ਕਿਨੇ ਨਾ ਪਾਇਆ, ਪਰ ਸਤਿਗੁਰੂ ਪਰਮੇਸ਼ਰ ਦੀ ਆਗਿਆ, ਵਾਹਿਗੁਰੂ ਦੀ ਸੇਵਾ ਸਿਮਰਨ ਕੀਤੇ ਬਗੈਰ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ। ਮਿਲਿਆ ਉਹਨਾਂ ਨੂੰ ਜਿਨ੍ਹਾਂ ਨੇ ਵਾਹਿਗੁਰੂ ਦਾ ਚਿੰਤਨ ਕੀਤਾ, ਗੁਰੂ ਦਾ ਸਿਮਰਨ ਕੀਤਾ ਹੈ। ਉਹਨਾਂ ਪਿਆਰਿਆਂ ਭਗਤਾਂ ਗੁਰਸਿੱਖਾਂ ਸੰਤਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ। ਨਾਨਕ ਰੰਗ ਰਵੈ ਰੰਗ ਰਾਤੀ, ਤੇ ਜਿਹੜੇ ਵਾਹਿਗੁਰੂ ਦੇ ਰੰਗ ਵਿੱਚ ਹਰ ਵੇਲੇ ਖਾਲਸਾ ਜੀ ਰਾਤੀ ਤਦਾਕਾਰ ਹੋਏ ਨੇ, ਉਹ ਵਾਹਿਗੁਰੂ ਪਰਮੇਸ਼ਰ ਦੇ ਰੰਗ ਆਨੰਦ ਨੂੰ ਰਵੈ ਭੋਗਦੇ ਨੇ ਗੁਰੂ ਕੇ ਪਿਆਰੇ। ਜਿਨ੍ਹਾਂ ਨੂੰ ਮਿਲ ਗਿਆ ਨਾ ਉਹ ਫਿਰ ਪ੍ਰਾਪਤ ਹੋ ਕੇ ਆਨੰਦ ਨੂੰ ਭੋਗਦੇ ਨੇ। ਹਰ ਕਾਰਜ ਵਿੱਚ ਫਿਰ ਆਪ ਸਹਾਇਤਾ ਕਰਦਾ ਹੈ ਮਾਲਕ ਵਾਹਿਗੁਰੂ। ਤਤੀ ਹਵਾ ਤੱਕ ਵੀ ਆਪਣੇ ਪਿਆਰਿਆਂ ਨੂੰ ਕਦੇ ਲੱਗਣ ਨਹੀਂ ਦਿੰਦਾ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਗੇ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ ਹੈ ਜਿਹੜੇ ਰੰਗ ਵਿੱਚ ਰਤੀ ਤਦਾਕਾਰ ਹੋ ਕਰਕੇ ਵਾਹਿਗੁਰੂ ਦੇ ਗੁਣਾਂ ਦਾ ਰਵਣ ਉਚਾਰਨ ਕਰਦੇ ਹਨ। ਜਿਨ ਹਰ ਸੇਤੀ ਚਿਤ ਲਾਇਆ, ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਹਰੀ ਪਰਮੇਸ਼ਰ ਦੇ ਸੇਤੀ ਨਾਲ ਚਿੱਤ ਦੀ ਬਿਰਤੀ ਨੂੰ ਲਾਉਣਾ ਕੀਤਾ, ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ। ਕਾਮਣ ਮਨ ਸੋਹਿਲੜਾ, ਉਸ ਜੀਵ ਰੂਪੀ ਇਸਤਰੀ ਦਾ ਜਿਹੜਾ ਹਿਰਦਾ ਹੈ ਨਾ ਉਹ ਸੋਹਿਲੜਾ ਸੁਖਾਲੇ ਜੀਵਨ ਵਾਲਾ ਹੈ। ਉਹ ਸੁਹੇਲਾ ਹੈ, ਉਹ ਸੁਖੀ ਹਿਰਦਾ ਹੈ। ਨਹੀਂ ਤਾਂ ਆਤਸ ਦੁਨੀਆ ਖੁਨਕ ਨਾਮ ਖੁਦਾਇਆ। ਸਭ ਦੇ ਹਿਰਦੇ ਤਪਸ਼ ਦੇ ਭਰੇ ਹੋਏ ਨੇ। ਔਗਣਾ ਵਕਾਰਾਂ ਦੀ ਤਵਸ਼, ਈਰਖਾ ਦੀ ਅੱਗ, ਹਉਮੈ ਹੰਕਾਰ ਦੀ ਅੱਗ, ਇਹਦੇ ਨਾਲ ਸਾਰੇ ਹਿਰਦੇ ਜਲ ਰਹੇ ਨੇ, ਸੜ ਰਹੇ ਨੇ। ਠੰਡ ਉੱਥੇ ਹੈ ਜਿੱਥੇ ਵਾਹਿਗੁਰੂ ਦਾ ਸਿਮਰਨ ਹੈ। ਵਾਹਿਗੁਰੂ ਪਰਮੇਸ਼ਰ ਦੀ ਜਿੱਥੇ ਕਿਰਪਾ ਹੈ ਨਾ
ਉਹ ਗੁਰਸਿੱਖਾਂ ਦੇ ਹਿਰਦੇ ਐਨ ਛਾਤੀ ਸੀਤਲ ਮਨ ਸੁਖੇ ਸ਼ੰਤ ਗੋਬਿੰਦ ਗੁਣ ਗਾਏ। ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਚੰਦਨ ਚੰਦਨ ਸਰਦਰ ਤਮੂਲ ਨ ਮਿਟਾਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾ। ਠੰਡ ਤਾਂ ਉੱਥੇ ਜਿੱਥੇ ਜਪਦੇ ਨੇ ਹਰੀ ਵਾਹਿਗੁਰੂ ਦਾ ਸਿਮਰਨ ਹੈ। ਉਹ ਜੀਵ ਰੂਪੀ ਇਸਤਰੀਆਂ ਦੇ ਹਿਰਦੇ ਠੰਡਕ ਦੇ ਸਹਿਤ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਹੋਏ ਹਨ। ਸਾਜਨ ਮਿਲੇ ਪਿਆਰੇ RAM, ਤੇ ਉਹਨਾਂ ਨੂੰ ਸੱਜਣ ਮੇਰਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਪਤੀ ਪ੍ਰਾਪਤ ਹੋ ਗਿਆ, ਮਿਲ ਗਿਆ ਹੈ। ਠੰਡ ਦੇ ਵਰਤਾਉਣ ਵਾਲਾ, ਸ਼ਾਂਤੀ ਦੇ ਦੇਣ ਵਾਲਾ, ਧੀਰਜ ਦੇ ਦੇਣ ਵਾਲਾ, ਸਭ ਗੁਣਾਂ ਦਾ ਮਾਲਕ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਮਿਲ ਗਿਆ ਨਾ, ਉਹਨਾਂ ਦਾ ਹਿਰਦਾ ਹੋਣਾ ਮਨ ਖਿੜਿਆ ਹਰਿਆ ਬਾਗ, ਠੰਡ ਦੇ ਸਹਿਤ ਹੋ ਗਿਆ। ਗੁਰਮਤੀ ਮਨ ਨਿਰਮਲ ਹੋਆ, ਗੁਰੂ ਕੀ ਮਤ ਸਿੱਖਿਆ ਦੇ ਪ੍ਰਾਪਤ ਕਰਨ ਕਰਕੇ ਮਨ ਹਿੜਦਾ ਉਹਨਾਂ ਦਾ, ਮੈਲ ਕੁਚੈਲ ਔਗਣਾ ਦੀ ਮੈਲ ਤੋਂ ਰਹਿਤ ਹੋਇਆ। ਹਰ ਰਾਖਿਆ ਉਰ ਧਾਰੇ RAM, ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਰੱਖਣਾ ਕੀਤਾ ਔਰ ਹਿਰਦੇ ਦੇ ਅੰਦਰ ਧਾਰੇ ਧਾਰ ਕੇ ਟਿਕਾ ਕੇ ਨਾ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਰੱਖ ਲਿਆ ਹੈ। ਇਹ ਨਹੀਂ ਵੀ ਇੱਕ ਕੰਨੋਂ ਸੁਣਿਆ ਤੇ ਦੂਜੇ ਕੰਨੋਂ ਕੱਢ ਦਿੱਤਾ ਤੇ ਲੀੜੇ ਝਾੜ ਕੇ ਘਰ ਨੂੰ ਚਲੇ ਗਏ। ਨਹੀਂ, ਗੁਰੂ ਕੇ ਪਿਆਰੇ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣ ਕੇ ਹਿਰਦੇ 'ਚ ਵਸਾ ਲੈਂਦੇ ਨੇ ਗੁਰੂ ਕੇ ਸ਼ਬਦ ਨੂੰ। ਜੋ ਸੁਣਿਆ ਨੂੰ ਹਿਰਦੇ 'ਚ ਥਾਂ ਦਿੰਦੇ ਨੇ ਗੁਰੂ ਕੇ ਪਿਆਰੇ। ਸੋ ਹਿਰਦੇ ਵਿੱਚ ਉਹਨਾਂ ਨੇ ਵਸਾ ਧਾਰਨ ਕੀਤਾ ਹੈ। ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ। ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਕਾਰਜ ਹੈ ਨਾ, ਭਾਵ ਭਗਤੀ ਦਾ, ਜ਼ਿੰਦਗੀ ਦਾ, ਸੰਸਾਰ ਤੇ ਆਉਣ ਦਾ ਮਨੋਰਥ ਹੈ, ਉਸ ਕਾਰਜ ਨੂੰ ਸਵਾਰਨਾ ਕੀਤਾ। ਉਹ ਸੌਰੇ ਹੈ ਜਦੋਂ ਹਰੀ ਦਾ ਨਾਮ ਹਿਰਦੇ 'ਚ ਧਾਰਨ ਕੀਤਾ। ਨਹੀਂ ਤਾਂ ਕਦੇ ਕਿਸੇ ਦੇ ਕੰਮ ਨਹੀਂ ਕਰੇ ਪੂਰੇ ਹੋਏ। ਜਿੰਨੇ ਦੁਨੀਆ ਦੇ ਮਨੁੱਖ ਆਉਂਦੇ ਆ ਵਿੱਚੇ ਹੀ ਵਾਸ਼ਨਾ, ਵਿੱਚੇ ਹੀ ਵਿਹਾਰ ਰਹਿ ਜਾਂਦੇ ਨੇ। ਉਹ ਕਰਨਾ ਸੀ, ਆਹ ਕਰਨਾ ਸੀ, ਪੋਤਰੇ ਦਾ ਮੂੰਹ ਵੇਖਣਾ ਸੀ, ਦੋਤਰੇ ਦੀ ਜੰਝ ਵੇਖਣੀ ਸੀ, ਵਿੱਚੇ ਹੀ ਹਜੂਰ ਕਹਿੰਦੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਮਾਇਆ ਦੇ ਪਦਾਰਥਾਂ ਕਰਕੇ ਵੀ ਲੋਕਾਂ ਦੇ ਕੰਮ ਕਰੇ ਪੂਰੇ ਹੋਏ, ਕਦੇ ਵਾਸਤੇ ਵੀ ਨਹੀਂ। ਸੱਚੇ ਪਾਤਸ਼ਾਹ ਕਿਸੇ ਦੇ ਹੋਏ ਵੀ ਹੈ ਜੀ? ਹਜੂਰ ਕਹਿੰਦੇ ਹਾਂ। ਕਿੰਨਾਂ ਦੇ ਹੋਏ? ਹਜੂਰ ਕਹਿੰਦੇ ਜਾਣ ਕੇ ਪੂਰਨ ਹੋਏ ਕਾਮ ਹੈ। ਕਲੀ ਕਾਲ ਮਹਾ ਵਿਖਿਆ ਮਹਿ ਲੱਜਾ ਰਾਖੀ RAM ਹੈ। ਜਿਹੜੇ ਰੱਬ ਦੇ ਪਿਆਰੇ ਹੈ ਨਾ, ਉਹਨਾਂ ਨੇ ਸਾਰੇ ਕਾਰਜ ਸਫਲੇ ਕਰ ਦਿੱਤੇ, ਸਾਰੇ ਕੰਮ ਹੀ ਪਰਮੇਸ਼ਰ ਨੇ ਪੂਰੇ ਕਰ ਦਿੱਤੇ, ਜਿਨ੍ਹਾਂ ਨੇ ਹਿਰਦੇ 'ਚ ਪਰਮੇਸ਼ਰ ਨੂੰ ਵਸਾਇਆ ਹੈ। ਗੁਰਮਤੀ ਹਰ ਜਾਤਾ, ਜਿਨ੍ਹਾਂ ਨੇ ਗੁਰੂ ਕੀ ਸਿੱਖਿਆ ਦੁਆਰਾ ਹਰੀ ਪਰਮੇਸ਼ਰ ਨੂੰ ਜਾਤਾ ਜਾਣਿਆ ਹੈ। ਗੁਰੂ ਕੀ ਮੱਤ ਜਿਨ੍ਹਾਂ ਨੇ ਧਾਰਨ ਕੀਤੀ ਹੈ। ਊਤਮ ਮੱਤ ਮੇਰੇ ਹਿਰਦੈ ਤੋਂ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤ ਨੂੰ ਮੋਹਿ ਲਾਗੈ ਨਾਓ। ਹਰ ਵੇਲੇ ਪਰਮੇਸ਼ਰ ਨੂੰ ਦਿਲ ਦੀ ਭਾਵਨਾ ਨਾਲ ਧਿਆਉਂਦੇ ਹਨ। ਪ੍ਰੀਤਮ ਮੋਹ ਲਿਆ ਮਨ ਮੇਰਾ, ਉਸ ਪ੍ਰੇਮ ਦੇ ਅਸਪਤ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਪਿਆਰਿਆਂ ਦੇ ਮਨ ਨੂੰ ਮੋਹਿਤ ਕਰ ਲਿਆ ਹੈ। ਐਸਾ ਮੋਹਨ ਹੈ ਪਰਮੇਸ਼ਰ ਨਿਰੰਕਾਰ, ਭਗਤਾਂ ਦੇ ਮਨ ਨੂੰ ਵੀ ਚੁਰਾ ਹੀ ਲੈਂਦਾ ਹੈ ਵਾਹਿਗੁਰੂ ਪਰਮੇਸ਼ਰ। ਸਭ ਦੇ ਮਨ ਨੂੰ ਹਿਰਦੇ ਨੂੰ ਮੋਹਿਤ ਕਰ ਲਿਆ ਆਪਣੇ ਪਿਆਰਿਆਂ ਦੇ। ਪਾਇਆ ਧਰਮ ਵਿਧਾਤਾ, ਤੇ ਉਹਨਾਂ ਦਾ ਜਿਨ੍ਹਾਂ ਦਾ ਮਨ ਮੋਹਿਆ ਗਿਆ ਨਾ ਵਾਹਿਗੁਰੂ ਦੀ ਭਗਤੀ ਵਿੱਚ, ਉਹਨਾਂ ਨੇ ਪਾ ਲਿਆ ਕਰਮਾਂ ਅਨੁਸਾਰ ਫਲ ਪ੍ਰਦਾਤਾ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ। ਸਤਿਗੁਰ ਸੇਵ ਸਦਾ ਸੁਖ ਪਾਇਆ, ਜਿਨ੍ਹਾਂ ਨੇ ਭਾਈ ਸਤਿਗੁਰੂ ਨੂੰ ਸੇਵਿਆ ਹੈ ਨਾ, ਸਤਿਗੁਰੂ ਦਾ ਸਿਮਰਨ ਕੀਤਾ ਹੈ, ਗੁਰੂ ਕੀ ਸੇਵਾ ਕੀਤੀ ਹੈ, ਸੰਸਾਰ 'ਚ ਉਹਨਾਂ ਨੇ ਸੁਖ ਪਾਇਆ ਹੈ। ਹਜੂਰ ਕਹਿੰਦੇ ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਵੇਖੈ ਨਿਰਤ ਨਾਟੇ। ਧਨ ਕਰਕੇ ਸੁਖੀ ਕੋਈ ਨਹੀਂ, ਨਿਰਤਕਾਰੀਆਂ ਵੇਖ ਲੈਣੀਆਂ, ਨਾਚ ਵੇਖ ਲੈਣੇ। ਸਤਿਗੁਰੂ ਕਹਿੰਦੇ ਨੇ ਇਹਨਾਂ ਨਾਲ ਵੀ ਜੀਵਨ ਸੁਖ ਦੇ ਸਹਿਤ ਨਹੀਂ। ਸੋ ਇਸੇ ਤਰ੍ਹਾਂ ਹਜੂਰ ਦੇ ਬਚਨ ਨੇ ਇਹਨਾਂ ਚੀਜ਼ਾਂ ਕਰਕੇ ਸੁਖ ਨਹੀਂ ਮਿਲਦਾ। ਜੇ ਸੁਖ ਚਾਹੁੰਦਾ ਹੈ ਨਾ, ਸਤਿਗੁਰੂ ਕਹਿੰਦੇ ਫਿਰ ਗੁਰੂ ਕੀ ਸੰਗਤ ਕਰਿਆ ਕਰ। ਜੇ ਲੋੜ ਹੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰ ਹੈ ਬਤਾਏ। ਤੇ ਜੇ ਗੁਰੂ ਕੀ ਸੰਗਤ ਵਿੱਚ ਆ ਕੇ ਦੁਨੀਆ 'ਚ ਸੇਵਾ ਕਮਾਵੇਂਗਾ, ਮੇਰਾ ਗੁਰੂ ਤੈਨੂੰ ਐਉਂ ਬਾਹਾਂ ਤੇ ਲਾਡ ਲਡਾਵੇਗਾ। ਜਿਵੇਂ ਛੋਟੇ ਜਿਹੇ ਬੱਚੇ ਨੂੰ ਮਾਂ ਹੱਥਾਂ ਤੇ ਲੋਰੀਆਂ ਦਿੰਦੀ ਹੈ ਨਾ, ਲਾਡ ਲਡਾਉਂਦੀ ਹੈ, ਇਉਂ ਲਾਡ ਕਰੇਗਾ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲਟਾਈਐ।
ਇਉਂ ਪਰਮੇਸ਼ਰ ਤੈਨੂੰ ਲਾਡ ਕਰੇਗਾ। ਹਰ ਵਸਿਆ ਮਨ ਮੁਰਾਰੇ। ਔਰ ਜਿਨ੍ਹਾਂ ਦੇ ਹਿਰਦੇ 'ਚ ਮੁਰਾਰੇ ਮੋਹਰਾਦਿਕ ਦੈਂਤ ਨੂੰ ਕੱਟਣ ਵਾਲਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ, ਸਤਿਗੁਰੂ ਦੀ ਸੇਵਾ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਵਾਲੇ ਹੋ ਕੇ ਸੁਖ ਨੂੰ ਪ੍ਰਾਪਤ ਕੀਤਾ ਉਹਨਾਂ ਗੁਰੂ ਕੇ ਪਿਆਰਿਆਂ ਨੇ। ਨਾਨਕ ਮੇਲ ਲਈ ਗੁਰ ਆਪਣੇ। ਉਸ ਜੀਵ ਰੂਪੀ ਇਸਤਰੀ ਤੱਤਵੇ ਤੇ ਬ੍ਰਹਮ ਗਿਆਨੀ ਗੁਰਸਿੱਖਾਂ ਨੂੰ ਆਪਣੇ ਸਤਸੰਗ ਤੇ ਮੇਲ ਦੁਆਰਾ ਮੇਲ ਲੈਣਾ ਕੀਤਾ ਸਤਿਗੁਰੂ ਪਰਮੇਸ਼ਰ ਨੇ। ਅਭੇਦ ਵਿੱਚ ਰੂਪੀ ਕੰਠ ਨਾਲ ਲਾ ਲੈਣਾ ਕੀਤਾ। ਗੁਰ ਕੇ ਸ਼ਬਦ ਸਵਾਰੇ। ਤੇ ਉਹਨਾਂ ਗੁਰੂ ਕੇ ਪਿਆਰਿਆਂ ਦੇ ਜੀਵਨ ਨੂੰ ਸ਼ਬਦ ਦੁਆਰਾ ਸਵਾਰਨਾ ਕੀਤਾ ਹੈ। ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ, ਸ਼ਬਦ ਦੁਆਰੇ ਗੁਰਮੁਖਾਂ ਨੇ ਆਪਣੀ ਮੱਤ ਨੂੰ ਤਿਆਗ ਕੇ ਗੁਰੂ ਕੀ ਮੱਤ ਗ੍ਰਹਿਣ ਕੀਤੀ ਹੈ। ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਗੁਰੂ ਕੇ ਪਿਆਰਿਆਂ ਨੇ ਮਨ ਨੂੰ ਜਿੱਤਣਾ ਕੀਤਾ ਹੈ। ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਗੁਰੂ ਕੇ ਪਿਆਰਿਆਂ ਨੇ ਆਪਣੇ ਔਗਣਾ ਵਿਕਾਰਾਂ ਨੂੰ ਮਾਰਿਆ ਹੈ। ਜਿਨ੍ਹਾਂ ਦੇ ਹਿਰਦੇ 'ਚ ਗੁਰੂ ਕਾ ਸ਼ਬਦ ਵਸ ਗਿਆ, ਉਹਨਾਂ ਦਾ ਹਿਰਦਾ ਸੌਰ ਗਿਆ, ਸੁੱਧਤਾ ਦੇ ਸਹਿਤ ਹੋ ਗਿਆ, ਜੀਵਨ ਵਿੱਚ ਗੁਰੂ ਦੀ ਕਿਰਪਾ ਪ੍ਰਾਪਤ ਹੋਈ। ਇਹ ਪਾਵਨ ਸ੍ਰੀ ਮੁਖਵਾਦ ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਗੁਰੂ ਕਿਰਪਾ ਕਰੇ ਸਾਡੇ ਹਿਰਦੇ 'ਚ ਐਸੀ ਸਿੱਖਿਆ ਵਸ ਜਾਵੇ। ਉਹ ਵਾਹਿਗੁਰੂ ਪਤੀ ਨਿਰੰਕਾਰ ਦੀ ਅਭੇਰਤਾ ਵਾਲੇ ਅਸੀਂ ਵੀ ਸਾਰੇ ਬਣ ਜਾਈਏ। ਵਾਹਿਗੁਰੂ ਪਰਮੇਸ਼ਰ ਸਾਨੂੰ ਵੀ ਪ੍ਰਾਪਤ ਹੋ ਜਾਵੇ। ਇਹ ਗੁਰੂ ਚਰਨਾਂ 'ਚ ਅਰਦਾਸ ਹੈ। ਭੁੱਲ ਚੁੱਕ ਦੀ ਖਿਮਾ ਬਖਸ਼ਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।